ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਜਦੋਂ ਇੱਕ ਨੌਜਵਾਨ ਨੂੰ ਨੌਕਰੀ ਮਿਲਦੀ ਹੈ ਤਾਂ ਸਭ ਤੋਂ ਜ਼ਿਆਦਾ ਉਸਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਤੇ ਸਰਕਾਰ ਕਹਿੰਦੀ ਅਸੀਂ ਖੁਸ਼ੀਆਂ ਵੰਡਦੇ ਪਏ ਹਾਂ, ਨਿਯੁਕਤੀ ਪੱਤਰ ਰੋਜ਼ ਤਕਰੀਬਨ ਦਿੱਤੇ ਜਾ ਰਹੇ ਆ ਤੇ ਇਸ਼ਤਿਹਾਰ ਵੀ ਲੱਗਦੇ ਪਏ ਆ। ਆਪੋਜੀਸ਼ਨ ਨੇ ਕਹਿ ਰਹੀ ਹੈ ਕਿ ਇਸ਼ਤਿਹਾਰ ਬਹੁਤ ਲਾਏ ਜਾ ਰਹੇ ਆ। ਸਰਕਾਰ ਕਹਿੰਦੀ ਜੇ ਕੰਮ ਕਰਾਂਗੇ ਤਾਂ ਇਸ਼ਤਿਹਾਰ ਵੀ ਲਾਵਾਂਗੇ। ਪਹਿਲਾਂ ਅਸੀਂ ਸੁਣਦੇ ਸੀਗੇ ਕਿ ਮੋਤੀਆਂ ਵਾਲੀ ਸਰਕਾਰ ਹੈ ਤੇ ਹੁਣ ਸਰਕਾਰ ਕਹਿੰਦੀ ਅਸੀਂ ਨੌਕਰੀਆਂ ਵਾਲੀ ਸਰਕਾਰ ਹੈ। ਇਹੀ ਸਵਾਲ ਹੋਵੇਗਾ। इस महीने के विचाले आम आदमी पार्टी सरकार ने दावा किया कि 29,684 सरकारी नौकरियां असी साल भर में दे चुके हैं तो होर भर्तियां जारी है। वड्डा सवाल असी यही पूछा कि आप सरकार वालों तकरीबन 30,000 सरकारी नौकरियां के दाव्यां की ग्राउंड रिपोर्ट की है। जिहड़ा पैनल साडे नाल तारीफ करा रहे तो उस तो बाद डिबेट ओपन हो जाएगी। प्रोफैसर मनजीत सिंह पोलिटिकल एनालिस्ट ने, एजुकेशनिस्ट ने। प्रोफैसर मनजीत सिंह ने अपना लम्मा समा जिंदगी का पढ़ाई दे विच सिक्ख्या दे विच विद्यार्थियों को तैयार करते हुए गुजारा तो इन्होंने पता है ग्राउंड रिपोर्ट है की है। प्रोफैसर मनजीत सिंह तुहाडा बहुत स्वागत है सर। धन्यवाद जी। हरसुखविंदर सिंह बब्बी बादल आम आदमी पार्टी स्पोक्सपर्सन है, पहली बार डिबेट से बैठ रहे हैं साडे नाल। बब्बी बादल तुहाडा बहुत स्वागत है। विनोद भारती कांग्रेस स्पोक्सपर्सन है, भारती साहब तुहाडा बहुत स्वागत है। रणवीर सिंह ढिल्लों श्रोमणी अकाली दल के बुलारे ने, मिस्टर ढिल्लों तुहाडा बहुत स्वागत है। चेतन जोशी भारतीय जनता पार्टी स्पोक्सपर्सन है तो ये ग्राउंड से अक्सर घूमते रहते हैं, समझने की कोशिश करांगे तो नौकरियां किन्ने नूं मिलियां ते किन्ने नूं नहीं मिलियां। चेतन जोशी तुहाडा बहुत स्वागत है। सब तो पहला सवाल बब्बी बादल तुहानूं करना चाहिए। बब्बी बादल तुसीं आपदे आप नूं नौकरियां वाली सरकार कहना शुरू करता कि नौजवानों ते गल ही असीं सुनदे हैं। तुसीं जिहड़ा डाटा दिता 29,684 नौकरियां वाला, अपोजिशन नूं हजम नहीं हो रहा। मैं केपी जी पहला तो सब तो पहले मैं ये दसना चाहना है कि इस मुद्दे के उपर डिबेट ਦੇ ਵਿੱਚ ਬੈਠਣਾ ਮੈਂ ਬੜਾ ਵਡਭਾਗੀ ਸਮਝਦਾ ਆਪਣੇ ਆਪ ਨੂੰ ਕਿ ਇੰਪਲੋਇਮੈਂਟ ਦਾ ਮੁੱਦਾ ਮਾਨ ਸਰਕਾਰ ਦਾ ਸਟਰੋਂਗੈਸਟ ਪੁਆਇੰਟ ਹੈ। ਇਮਾਨਦਾਰੀ ਨਾਲ ਜਿਹੜਾ 29,684 ਨੌਕਰੀਆਂ ਦਿੱਤੀਆਂ, ਇਹਨਾਂ ਨੂੰ ਤਾਂ ਆਪੋਜੀਸ਼ਨ ਨੂੰ ਤਾਂ ਕਦੇ ਵੀ ਹਜਮ ਨਹੀਂ ਆਉਣਾ। ਕਿਉਂ ਕਰਕੇ ਇਹਨਾਂ ਦੀਆਂ ਨੌਕਰੀਆਂ ਦਾ ਜਦੋਂ ਰਿਕਾਰਡ ਆਪਾਂ ਕੱਢਾਂਗੇ ਤਾਂ ਮੈਂ ਤੁਹਾਨੂੰ ਦੱਸੂਗਾ ਵੀ ਕਿਹਨੂੰ ਕਿਹਨੂੰ ਨੌਕਰੀਆਂ ਮਿਲੀਆਂ ਸੀ, ਕਿਹੜੇ ਐਮਐਲਏ ਨੂੰ, ਕਿਹੜੇ ਐਮਪੀ ਦੇ ਰਿਸ਼ਤੇਦਾਰਾਂ ਨੂੰ। लेकिन मैनू मान महसूस हो रहा है कि पहली बार सरकार दे विच लोकां नू ये पता लग गया कि सरकारी नौकरियां बिना किसी सिफारिश तो ईमानदारी नाल मिलदियां। बहुत पहला जिथे लोग कहंदे सी जी इन्नियां पोस्टां निकले आईयां जी, इन्ने नायब तहसीलदार निकले आए, इन्ने आ जी कोई साडा करवा के दिओ। ਹੁਣ ਸਭ ਨੂੰ ਪਤਾ ਹੈ ਕਿ ਜੀ ਨੌਕਰੀ ਵਿੱਚ ਤਾਂ ਸਿਫਾਰਿਸ਼ ਚੱਲਣੀ ਨਹੀਂ। ਬੱਬੀ ਬਾਦਲ ਆਪੋਜੀਸ਼ਨ ਵਾਲੇ ਵੀ ਕਹਿੰਦੀ ਹੈ ਕਿ ਤੁਸੀਂ ਸਿਰਫ ਇਸ਼ਤਿਹਾਰ ਲਾਉਂਦੇ ਹੋ। ਇਸ਼ਤਿਹਾਰ ਅਸੀਂ ਲਾਉਨੇ ਆ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੇ ਲਾਈਏ ਵੀ ਕਿਉਂ ਨਾ। ਜੇ ਚੰਗੇ ਕੰਮ ਕਰਾਂਗੇ ਤਾਂ ਇਸ਼ਤਿਹਾਰ ਲਾਵਾਂਗੇ। ਔਰ ਮੈਂ ਦੱਸਣਾ ਹੈ ਕਿ ਇਸ਼ਤਿਹਾਰ ਕੋਈ ਵੀ ਸਰਕਾਰ ਘੱਟ ਨਹੀਂ ਸੀ ਲਾਉਂਦੀ, ਪਰ ਸਾਡੇ ਤਾਂ ਚੁੱਭਦੇ ਆ ਕਿਉਂ ਕਰਕੇ ਉਹਨਾਂ ਵਿੱਚ ਸੱਚਾਈ ਵਿੱਚ ਛੁਪੀ ਹੁੰਦੀ ਹੈ। ਉਹ ਸੱਚੇ ਇਸ਼ਤਿਹਾਰ ਹੁੰਦੇ ਆ। ਔਰ ਅਸੀਂ ਇੱਕ ਠੋਕ ਕੇ ਕਹਿੰਦੇ ਆ ਵੀ 50 ਡਿਪਾਰਟਮੈਂਟਾਂ 'ਚ 29,684 ਕਿਹਾ ਹੈ, ਇਹ ਨਹੀਂ ਕਿਹਾ 29,685 ਜਾਂ 30,000। ਅਸੀਂ ਜੋ ਕੀਤਾ ਹੈ ਇੱਕ ਦੇ ਜ਼ੋਰ ਤੇ ਇਮਾਨਦਾਰੀ ਨਾਲ ਅਣਖ ਨਾਲ ਕੀਤਾ ਹੈ। ਔਰ ਮੈਂ ਮਹਿਸੂਸ ਕਰਦਾ ਹਾਂ ਕਿ ਨੌਕਰੀਆਂ ਵਾਲੇ ਜਿਹੜਾ ਮੁੱਦਾ ਹੈ ਇਹ ਇੰਨਾ ਕੁ ਪਾਰਦਰਸ਼ਤਾ ਨਾਲ ਹੋਇਆ ਹੈ, ਇੰਨਾ ਕਿ ਇਤਿਹਾਸਕ ਹੋਇਆ ਹੈ, ਕ੍ਰਾਂਤੀਕਾਰੀ ਹੋਇਆ ਹੈ ਕਿ ਸਾਡੀ ਸਰਕਾਰ ਦੀ ਸਭ ਤੋਂ ਗੋਲਡਨ ਪ੍ਰਾਪਤੀ ਮੈਂ ਇਸ ਨੂੰ ਮੰਨਦਾ। ਜਿੱਥੇ ਬਿਜਲੀ ਦੇ ਬਿੱਲਾਂ ਦੀ ਜਾਂ ਹੋਰ ਦੂਸਰੇ ਮੁੱਦੇ ਹੈ, ਹੈਲਥ ਔਰ ਐਜੂਕੇਸ਼ਨ ਦੇ, ਨੌਕਰੀਆਂ ਦਾ ਜਿਹੜਾ ਸਭ ਤੋਂ ਸੁਨਹਿਰੀ ਸਾਡਾ ਮੁੱਦਾ ਮੈਂ ਮੰਨਦਾ। ਚਲੋ ਠੀਕ ਇਮਾਨਦਾਰੀ ਨਾਲ ਨੌਕਰੀ ਠੀਕ ਹੈ ਬੱਬੀ ਜੀ। ਵਿਨੋਦ ਭਾਰਤੀ ਗੋਲਡਨ ਅਚੀਵਮੈਂਟ ਹੈ ਸਰਕਾਰ ਦੀ, 1 ਸਾਲ ਦੀਆਂ ਪ੍ਰਾਪਤੀਆਂ ਦੱਸਦੇ ਪਏ ਉਹ, ਇੰਨੀਆਂ ਨੌਕਰੀਆਂ ਦੇਤੀਆਂ। भारती साहब आवाज़ आ रही सर? चलो भारती साहब मेरे लगता फ्रीज हो गए ने, नैट उन्होंने दिक्कत कर रहा है। रणवीर ढिल्लों सरकार का धन्यवाद करना चाहिए तुहानूं? नहीं वेखो जी, आम आदमी पार्टी की कहनी ते कथनी दे विच जमीन आसमान का फर्क है। ये पहली ਇਹੋ जी सरकार है जिन्होंने 4161 टीचरां नूं अपॉइंटमेंट लैटर दे के ते उन्हां नूं
ਅਪਾਇੰਟਮੈਂਟ ਲੈਟਰ ਦੇ ਕੇ ਵੀ ਰੱਦ ਕਰ ਦਿੰਦੀ ਤੇ ਅੱਜ ਉਹ ਜਿਹੜੇ ਟੀਚਰ ਆ ਸਾਰੇ ਧਰਨੇ ਤੇ ਬੈਠੇ ਹੋਏ ਆ। ਬਾਕੀ ਜਿਹੜਾ ਇਹ 29,000 ਨੌਕਰੀਆਂ ਦਾ ਦਾਅਵਾ ਕਰਦੇ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ 70 ਸਾਲ ਕਹਿ ਕੇ ਬੜਾ ਪ੍ਰਚਾਰ ਕਰ ਲਿਆ। ਉਹ ਜਿਹੜੇ ਮੁਲਾਜ਼ਮਾਂ ਤੇ ਨੌਕਰੀ ਦਾ ਦਾਅਵਾ ਵੀ ਕਰ ਰਹੇ, ਉਹ ਸਾਰੇ ਦੇ ਸਾਰੇ ਟੈਸਟ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਸੀ। ਇਹਨਾਂ ਦੀ ਸਰਕਾਰ ਵੱਲੋਂ ਇੱਕ ਨਾਇਬ ਤਹਿਸੀਲਦਾਰ ਦਾ ਟੈਸਟ ਲਿਆ ਜਾਂਦਾ, ਉਹ ਰੱਦ ਹੋ ਜਾਂਦਾ। ਫਿਰ ਪੀਟੈਟ ਦਾ ਪੇਪਰ ਹੈ ਜਿਹੜਾ ਉਹ ਲੀਕ ਹੋ ਜਾਂਦਾ। ਪੇਪਰ ਲੀਕ ਹੋਣ ਤੋਂ ਬਾਅਦ ਸਾਡੇ ਸੀਐਮ ਸਾਹਿਬ ਆਂਦੇ ਆ ਵੀ ਜਿਹੜੇ ਵੀ ਦੋਸ਼ੀ ਹੋਣਗੇ ਪੇਪਰ ਲੀਕ ਮਾਮਲੇ ਦੇ ਵਿੱਚ ਸਾਹਮਣੇ ਲਿਆਂਦੇ ਜਾਣਗੇ, ਤੇ ਉਹ ਮਾਮਲਾ ਉਦੋਂ ਦਾ ਰਫਾ ਦਫਾ ਉਵੇਂ ਰਫਾ ਦਫਾ ਹੋ ਗਿਆ। ਸੋ ਇਸ ਕਰਕੇ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਮਿਲੀ ਹੈ, ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਦੇਣ ਦੀ ਇਹ ਦਾਅਵੇ ਕਰ ਰਹੇ, ਪਰ ਪ੍ਰਾਈਵੇਟ ਸੈਕਟਰ ਤਾਂ ਲਾਅ ਐਂਡ ਆਰਡਰ ਕਰਕੇ ਵੈਸੇ ਪੰਜਾਬ ਤੋਂ ਬਾਹਰ ਜਾ ਰਿਹਾ ਜੀ। ਜਿਹੜਾ 29,684 ਇਹ ਕਹਿ ਰਹੇ ਆ, ਤੁਸੀਂ ਕਹਿ ਰਹੇ ਹੋ ਕਿ ਪਿਛਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀਗਾ, ਫਿਰ ਕਾਂਗਰਸ ਨੂੰ ਕ੍ਰੈਡਿਟ ਦੇ ਦਈਏ, ਭਾਰਤੀ ਸਾਹਿਬ ਨੂੰ ਵਧਾਈਆਂ ਦੇ ਦਿਓ। ਫਿਰ ਨਹੀਂ ਵੇਖੋ ਉਹਦੇ ਚ ਕੱਲ ਮੈਂ ਤੁਹਾਨੂੰ ਕਹੀ ਜਾਂਦਾ ਵੀ ਜਿਹੜੇ ਸਰਕਾਰੀ ਬੰਦਿਆਂ ਨੂੰ ਇਹਨਾਂ ਨੇ ਪੱਕਿਆਂ ਕੀਤਾ ਮੁਲਾਜ਼ਮਾਂ ਨੂੰ ਤੇ ਦਾਅਵਾ ਕਰ ਰਿਹਾ, ਉਹ ਪਿਛਲੀ ਸਰਕਾਰ ਭਾਵੇਂ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ 70 ਸਾਲ ਕਹਿ ਕੇ ਪ੍ਰਚਾਰ ਕਰਦੇ ਆ। ਛੱਡ ਕੇ ਸੀ, ਯਾਦ ਹੈ ਤੁਹਾਨੂੰ? 70 ਸਾਲ ਯਾਦ ਤੁਹਾਨੂੰ ਸਰਕਾਰੀ ਨੌਕਰੀਆਂ ਦਾ ਛੱਡ ਗਏ ਸੀ ਨਾ, ਬਕਾਇਆ ਛੱਡ ਕੇ ਗਏ ਸੀਗੇ। ਉਹ ਦਿੰਦੇ ਪਏ ਨੌਕਰੀਆਂ, ਕਹਿੰਦੇ ਬਕਾਇਆ ਤਾਂ ਹੁਣ ਅਸੀਂ ਕਰੀਏ, ਅਸੀਂ ਤਾਂ ਕਰਨਾ ਨਾ ਤਾਂ ਕੰਮ ਪੂਰਾ। ਮੈਂ ਤੁਹਾਨੂੰ ਦੱਸੀ ਜਾਂਦਾ ਜੀ, ਇਸ ਸਰਕਾਰ ਨੇ ਗਵਰਨਮੈਂਟ ਜੌਬ ਦੇਣ ਵਾਸਤੇ 2 ਟੈਸਟ ਲਏ, ਦੋਵੇਂ ਨਹੀਂ ਸਫਲਤਾਪੂਰਵਕ ਸਿਰੇ ਚੜੇ। ਅਕਾਲੀ ਸਰਕਾਰ ਕੱਲੀ ਨੇ 1,47,000 ਦੇ ਨੇੜੇ 1,48,000 ਦੇ ਨੇੜੇ ਸਰਕਾਰੀ ਨੌਕਰੀਆਂ ਦਿੱਤੀਆਂ ਸੀ। ਜਿੰਨੇ ਵੀ ਟੈਸਟ ਲਏ ਕਿਸੇ ਨੂੰ ਕੋਈ ਚੈਲੰਜ ਨਹੀਂ ਹੋਇਆ ਅੱਜ ਤੱਕ। ਸੋ ਮੈਂ ਇਹ ਕਹਿਣਾ ਚਾਹਣਾ ਕਿ ਇਹਨਾਂ ਦੀ ਤੁਹਾਡੇ ਨੇੜੇ ਆ, ਉਹ ਤੁਸੀਂ 1.5 ਲੱਖ ਕਹਿ ਰਹੇ ਹੋ, 1.5 ਲੱਖ ਦੇ ਨੇੜੇ ਕਹਿ ਰਹੇ ਹੋ, ਐਵਰੇਜ ਸਹੀ ਜਾ ਰਹੀ ਉਹਨਾਂ ਦੀ। ਫਿਰ ਮੈਂ ਦੱਸੀ ਜਾਂਦਾ ਵੀ ਕਾਹਦੀ ਜਾ ਰਹੀ ਹੈ। ਟੈਸਟ ਤਾਂ ਗਵਰਨਮੈਂਟ ਜੌਬ ਲਈ ਜਿਹੜੇ ਲਏ ਆ ਦੋਵੇਂ ਦੇ ਦੋਵੇਂ ਚੈਲੰਜ ਹੋ ਗਏ ਜੀ। ਚਲੋ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ, ਉਹ 2 ਚੈਲੰਜ ਹੋ ਗਏ। 29,684 ਚੈਲੰਜ ਕਰੋਗੇ? ਹਾਂਜੀ, 29,684 ਉਹਨੂੰ ਵੀ ਚੈਲੰਜ ਕਰਦੇ ਹੋ? ਮੈਂ ਕਹਿੰਦਾ ਵੀ ਉਹ ਗੱਲ ਜਿਹੜੇ ਮੁਲਾਜ਼ਮ ਪੱਕੇ ਕੀਤੇ ਆ, ਕੱਚੇ ਮੁਲਾਜ਼ਮ ਸੀ ਜਿਹੜੇ ਪੱਕੇ ਵੀ ਕੀਤੇ, ਉਹ ਜਿਹੜੇ ਜਿੰਨੇ ਵੀ ਟੈਸਟ ਹੋਏ ਆ ਉਹ ਪਿਛਲੀਆਂ ਸਰਕਾਰਾਂ ਦੇ ਵੇਲੇ ਦੇ ਨੌਕਰੀਆਂ ਨਹੀਂ ਗਈਆਂ। ਇਹ ਇਸ਼ਤਿਹਾਰਾਂ ਦੇ ਵਿੱਚ ਸਿਰਫ ਵਿਖਾਈਆਂ ਜਾ ਰਹੀਆਂ, ਕੁਝ ਨਿਯੁਕਤੀ ਪੱਤਰ ਵੰਡ ਕੇ ਤੇ ਉਹ ਬਾਕੀ ਸਟੇਟਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਉਹ ਚੀਜ਼ ਨੂੰ ਪ੍ਰਚਾਰੇ ਜਾ ਰਹੇ। ਬਦਲ ਆ ਰਿਹਾ। ਵਿਨੋਦ ਭਾਰਤੀ ਜੀ ਤੁਹਾਨੂੰ ਵੈਲਕਮ ਕਰਨਾ ਚਾਹੀਦਾ ਹੈ ਕਿ ਸਰਕਾਰ ਨੇ ਇੰਨੀਆਂ ਨੌਕਰੀਆਂ ਦਿੱਤੀਆਂ ਯੂਥ ਲਈ, ਸਾਰਿਆਂ ਨੂੰ ਕੰਮ ਕਰਨਾ ਚਾਹੀਦਾ। ਯੂਥ ਦੀ ਅਸੀਂ ਡਿਬੇਟ ਨਹੀਂ ਕਰਦੇ ਭਾਰਤੀ ਸਾਹਿਬ, ਪਤਾ ਨਹੀਂ ਕੀ ਚੱਕਰ ਹੈ। ਚਲੋ ਭਾਰਤੀ ਸਾਹਿਬ ਤੱਕ ਮੇਰੇ ਲੱਗਦਾ ਆਵਾਜ਼ ਹੀ ਨਹੀਂ ਜਾ ਰਹੀ। ਭਾਰਤੀ ਸਾਹਿਬ ਮੇਰਾ ਧੰਨਵਾਦ ਨਹੀਂ ਕਰਨਾ ਸਰ ਤੁਸੀਂ। ਹਾਂ ਬੋਲੋ, ਸਵਾਲ ਕਰੋ ਸਰ ਦੁਬਾਰਾ। ਹਾਂ ਭਾਰਤੀ ਸਾਹਿਬ ਮੈਂ ਇਹੀ ਕਹਿ ਰਿਹਾ ਸੀਗਾ, ਸਰਕਾਰ ਜਿਹੜਾ ਕੰਮ ਕਰ ਰਹੀ ਹੈ ਉਹਦੀ ਰਿਕੋਗਨਾਈਜੇਸ਼ਨ ਕਾਂਗਰਸ ਪਾਰਟੀ ਕਿਉਂ ਨਹੀਂ ਕਰਦੀ ਪਈ? ਇੰਨੀਆਂ ਨੌਕਰੀਆਂ ਦਿੱਤੀਆਂ ਸਰਕਾਰ ਨੇ। ਦੇਖੋ ਗੱਲ ਇਹ ਹੈ ਵੀ ਸਰਕਾਰ ਦਿਖਾਵਾ ਜ਼ਿਆਦਾ ਕਰਦੀ ਹੈ, ਪ੍ਰੈਕਟੀਕਲ ਕੰਮ ਘੱਟ ਹੈ। ਕੰਮ ਪਿੱਛੋਂ ਕਰਦੇ ਆ, ਇਸ਼ਤਿਹਾਰ ਅਖਬਾਰ 'ਚ ਪਹਿਲਾਂ ਦੇ ਦਿੰਦੇ ਆ, ਤੇ ਇਹ ਸਰਕਾਰ ਜਿਹੜੀ ਹੈ ਪ੍ਰੈਕਟੀਕਲ ਘੱਟ ਹੈ, ਇਸ਼ਤਿਹਾਰੀ ਸਰਕਾਰ ਜ਼ਿਆਦਾ। ਹੁਣ 29,000 ਨੌਕਰੀਆਂ ਦਾ ਦਾਅਵਾ ਕਰਨ ਵਾਲੀ ਸਰਕਾਰ, ਅੱਜ ਹੀ ਅਖਬਾਰ 'ਚ ਨਿਊਜ਼ ਹੈ ਕਿ 16 ਦਸੰਬਰ 2022 ਨੂੰ 4162 ਨੌਕਰੀਆਂ ਕੱਢੀਆਂ ਇਹਨਾਂ ਨੇ ਟੀਚਰਾਂ ਦੀਆਂ, ਔਰ 16 ਦਸੰਬਰ 2022 ਨੂੰ 4161 ਨੌਕਰੀਆਂ, ਜਿਹਦੇ ਵਿੱਚ ਸੋਸ਼ਲ ਸਟੱਡੀ, ਮੈਥ, ਇੰਗਲਿਸ਼ ਔਰ ਸਾਇੰਸ ਟੀਚਰਸ ਚਾਹੀਦੇ ਸੀ। ਇਹਨਾਂ ਨੇ 5 ਤੋਂ 8 ਜਨਵਰੀ ਤੱਕ ਉਹਨਾਂ ਦੀ ਸਿਲੈਕਸ਼ਨ ਹੋ ਗਈ, ਔਰ ਅਪਾਇੰਟਮੈਂਟ ਲੈਟਰ ਜਿਹੜੇ ਆ ਉਹਨਾਂ ਨੂੰ ਇਸ਼ੂ ਕਰਤੇ, ਪਰ ਸਟੇਸ਼ਨ ਜਿਹੜੇ ਆ ਉਹ ਸਿਲੈਕਟ ਨਹੀਂ ਕੀਤੇ। ਔਰ ਉਸ ਤੋਂ ਬਾਅਦ ਉਹ ਬਾਰ-ਬਾਰ ਇਹਨਾਂ ਦੇ ਦਰਵਾਜ਼ੇ ਖੜਕਾਈ ਗਏ, ਉਹਨਾਂ ਨੂੰ ਸਟੇਸ਼ਨ ਨਹੀਂ ਮਿਲੇ, ਬਲਕਿ 8 ਮਈ ਨੂੰ ਉਹਨਾਂ ਨੂੰ ਬੁਲਾ ਲਿਆ ਗਿਆ ਇੱਕ ਟ੍ਰੇਨਿੰਗ ਦੇਣ ਦੀ, ਉਹਦਾ ਨਾਂ ਰੱਖਿਆ ਇੰਡਕਸ਼ਨ ਟ੍ਰੇਨਿੰਗ। 8 ਮਈ ਤੋਂ ਲੈ ਕੇ 31 ਮਈ ਤੱਕ ਉਹਦੀ ਟ੍ਰੇਨਿੰਗ ਹੋਈ, ਲੇਕਿਨ 7 ਮਹੀਨੇ ਹੋ ਗਏ ਅੱਜ ਤੱਕ ਉਹਨਾਂ 4161 ਟੀਚਰਾਂ ਨੂੰ ਸਟੇਸ਼ਨ ਅਲਾਟ ਨਹੀਂ ਹੋਏ। ਇਹ ਤਾਂ ਤਰੀਕਾ ਹੈ ਸਰਕਾਰ ਦਾ। ਇਹ ਇੱਕ ਐਗਜ਼ਾਮਪਲ ਦਿੱਤੀ ਹੈ ਤੁਹਾਨੂੰ ਵੀ ਅੱਜ ਤੱਕ ਬੰਦੇ ਵੀ ਸਿਲੈਕਟ ਹੋ ਗਏ, ਹੁਣ ਉਹ ਗਿਣਤਾ ਲੈ 29,000 ਵਿੱਚ, ਪਰ 4161 ਬੰਦੇ। ਮੈਂ ਤੁਹਾਡਾ ਸਵਾਲ ਲੈ ਰਿਹਾ ਵਿਨੋਦ ਭਾਰਤੀ ਸਾਹਿਬ, ਤੁਹਾਡਾ ਸਵਾਲ ਲੈ ਰਿਹਾ। ਚੇਤਨ ਜੋਸ਼ੀ ਜਿਹੜਾ ਸਵਾਲ ਵਿਨੋਦ ਭਾਰਤੀ ਹਰਾਂ ਨੇ ਚੁੱਕਿਆ, ਇਸ ਸਵਾਲ ਦੇ ਨਾਲ ਤੁਸੀਂ ਇਤਫਾਕ ਰੱਖਦੇ ਹੋ? ਦੇਖੋ ਭਾਰਤੀ ਸਾਹਿਬ ਜੋ ਕਹਿ ਰਹੇ ਨੇ, ਕਿਤੇ ਨਾ ਕਿਤੇ ਤੇ ਕਮੀਆਂ ਕਾਂਗਰਸ ਸਰਕਾਰ ਦੇ ਵਿੱਚ ਵੀ ਰਹੀਆਂ। ਜਦੋਂ ਇਹਨਾਂ ਨੇ 30,000 ਨੌਕਰੀ ਦੀ ਗੱਲ ਕੀਤੀ ਸੀਗੀ ਤੇ ਬਾਅਦ ਚ ਕਹਿੰਦੇ ਸੀ ਕਿ ਫਾਈਲ ਵਾਪਸ ਆ ਗਈ ਆ, ਕੋਡ ਆਫ ਕੰਡਕਟ ਲੱਗ ਗਿਆ ਜਾਂ ਉਸ ਵਕਤ ਲੱਗਣ ਵਾਲਾ ਸੀਗਾ, ਇਹਨਾਂ ਕੋਲ ਟਾਈਮ ਸੀਗਾ, ਇਹਨਾਂ ਨੇ ਉਸ ਤੋਂ ਕੰਮ ਕੁਝ ਨਹੀਂ ਕੀਤਾ। ਚੱਲ ਤੋਂ ਕਾਂਗਰਸ ਵਾਲੇ ਤਾਂ ਗੱਲ ਕਰਦੇ ਵੈਸੇ ਨਹੀਂ ਜੱਜਦੇ, ਕਿਉਂਕਿ ਇਹਨਾਂ ਨੇ ਕੀਤਾ ਹੀ ਕੰਮ।
ਇਹ ਸੱਚਾਈ ਆ। ਅੱਜ ਜਿਸ ਹਾਲਾਤ ਵਿੱਚ ਬੇਰੁਜ਼ਗਾਰ, ਭਾਰਤ ਸਾਹਿਬ ਗੱਲ ਕਰ ਲੈਣ ਤੋਂ ਬਾਅਦ ਚ ਬੋਲੋ ਪਲੀਜ਼, ਬੇਨਤੀ ਹੈ ਕਿ ਮੈਂ ਕਿਹਾ ਆ ਰਿਹਾ ਭਾਰਤੀ ਸਾਹਿਬ ਆ ਰਿਹਾ ਮੇਰੀ ਆਵਾਜ਼ ਕਲੀਅਰ ਆ ਰਹੀ ਹੈ? ਚੇਤਨ ਜੀ ਆਪਣੀ ਗੱਲ ਪੂਰੀ ਕਰੋ। ਭਾਰਤੀ ਭਾਰਤੀ ਸਾਹਿਬ ਇੱਕ ਮਿੰਟ ਰੁਕ ਜਾਓ ਸਰ, ਭਾਰਤੀ ਸਾਹਿਬ ਰੁਕ ਜਾਓ ਸਰ, ਨੌਕਰੀਆਂ ਦੀ ਗੱਲ ਹੈ ਸਰ, ਆਪਾਂ ਕਿਉਂ ਰੁਕ ਜਾਓ। ਹਾਂ ਮਿਸਟਰ ਜੋਸ਼ੀ। ਦੂਜੇ ਬੰਨੇ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਠੀਕ, ਬੱਬੀ ਬਾਦਲ ਜੀ ਇਤਿਹਾਸਕ ਕਹਿ ਰਹੇ ਨੇ, ਬਹੁਤ ਕੁਝ ਕਹਿ ਰਹੇ ਨੇ, ਬੜੇ ਵੱਡੇ ਸ਼ਬਦ ਕਹਿ ਰਹੇ ਨੇ, ਪਤਾ ਨਹੀਂ ਕਿਉਂ, ਕਿਉਂਕਿ ਬੱਬੀ ਬਾਦਲ ਜੀ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ, ਇੱਕ ਬੜੇ ਸੁਲਝੇ ਹੋਏ, ਬੜੇ ਇੱਕ ਵਿਦਵਾਨ ਰਾਜਨੀਤਿਕ ਇਨਸਾਨ ਕਹੂੰਗਾ ਇਹਨਾਂ, ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਬੱਬੀ ਬਾਦਲ ਜੀ ਨੂੰ ਕਿਹੜਾ ਡਰ ਪੈ ਗਿਆ ਆਮ ਆਦਮੀ ਪਾਰਟੀ ਦੀ, ਕਿਹੜੀ ਏਦਾਂ ਦੀ ਗੱਲਾਂ ਕਰਕੇ ਏਦਾਂ ਮਹਾਨ ਬਣਾ ਕੇ ਭਗਵੰਤ ਸਿੰਘ ਮਾਨ ਹੋਣਾ ਨੂੰ ਦੱਸ ਰਹੇ ਨੇ, ਜਦ ਕਿ ਲੋਕੀ ਧਰਨੇ ਤੇ ਬੈਠੇ ਨੇ, ਅਜੇ ਤੱਕ ਨੌਕਰੀਆਂ ਮਿਲੀਆਂ, ਜਿਨ੍ਹਾਂ ਨੂੰ ਜੌਬਸ ਮਿਲੀਆਂ ਸੀ ਉਹਨਾਂ ਨੇ ਹਵਾ ਦੇ ਵਿੱਚ ਲਹਿਰਾ ਕੇ ਪੂਰੀਆਂ ਆਪਣੀਆਂ ਅਪਾਇੰਟਮੈਂਟ ਲੈਟਰਸ ਕਈਆਂ ਨੂੰ ਅੱਗੇ ਵੀ ਲਾਤੀ ਸੀ। ਸੋ ਮੈਨੂੰ ਲੱਗਦਾ ਕਈ ਵਾਰੀ ਨਾ ਅਸੀਂ ਨੌਕਰੀਆਂ ਦੇ ਉੱਤੇ ਜੇਕਰ ਅਸੀਂ ਇਦਾਂ ਦੀ ਗੱਲ ਕਰਦੇ ਪਏ ਹਾਂ, ਅੱਜ ਬੜੀ ਦੇਰ ਬਾਅਦ ਕੋਈ ਆਮ ਆਦਮੀ ਪਾਰਟੀ ਦਾ ਸੁਲਝਿਆ ਹੋਇਆ ਬੁਲਾਰਾ ਸਾਡੇ ਨਾਲ ਬੈਠਾ, ਨਹੀਂ ਤੇ ਅਦਰਵਾਈਜ਼ ਰੌਲਾ ਪਾਉਣ ਵਾਲੇ ਬੈਠੇ ਹੁੰਦੇ ਸੀ। ਸੋ ਮੈਂ ਇੱਥੇ ਉਹ ਗੱਲ ਕਹਿਣਾ ਵਾ ਕਿ ਭਗਵੰਤ ਸਿੰਘ ਮਾਨ ਹੋਣਾ ਨੂੰ ਥੋੜੀ ਜਿੰਨੀ ਆਪਣੀ ਜਿਹੜੀ ਨੇਚਰ, ਆਪਣਾ ਸੁਭਾਅ ਵਾ, ਉਹ ਥੋੜਾ ਜਿਹਾ ਪੰਜਾਬ ਪੱਕੀ ਕਰਨਾ ਪੈਣਾ। ਹੁਣ ਅਰਵਿੰਦ ਕੇਜਰੀਵਾਲ ਦੀ ਕੋਈ ਲੋੜ ਨਹੀਂ ਹੈਗੀ ਪੰਜਾਬ ਨਹੀਂ। ਚੇਤਨ ਜੋਸ਼ੀ ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਚੇਤਨ ਜੀ ਮੇਰਾ ਸਵਾਲ ਲੈ ਲਓ। ਚੇਤਨ ਜੋਸ਼ੀ, ਤੁਹਾਨੂੰ ਤਕਲੀਫ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਸਾਹਿਬ ਆਪ ਜਾਂਦੇ ਨਿਯੁਕਤੀ ਪੱਤਰ ਦੇਣ, ਤਕਲੀਫ ਇਸ ਗੱਲ ਦੀ ਹੈ? ਨਹੀਂ ਹਾਂ, ਤਕਲੀਫ ਇਸ ਗੱਲ ਦੀ ਨਹੀਂ ਹੈ। ਇਹ ਜਮ ਦੇਣ ਨੌਕਰੀਆਂ, ਲੋਕਾਂ ਦੇ ਘਰਾਂ ਦੇ ਵਿੱਚ ਰੁਜ਼ਗਾਰ ਹੁੰਦਾ ਵਾ, ਤੇ ਇੱਥੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਸਾਨੂੰ ਸ਼ੋਭਦਾ ਨਹੀਂ ਹੈਗਾ। ਦੇਖੋ, ਹਰ ਟਾਈਮ ਅਸੀਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਸਰਕਾਰਾਂ ਨੂੰ, ਥੋੜਾ ਬਹੁਤਾ ਨਾ ਸਾਨੂੰ ਲੋਕਾਂ ਦੀ, ਜੇ ਕਿਸੇ ਦੇ ਘਰ ਦੇ ਵਿੱਚ ਚੁੱਲ੍ਹਾ ਤਪਦਾ ਪਿਆ ਵਾ, ਚੁੱਲ੍ਹਾ ਬਲਦਾ ਪਿਆ, ਤੇ ਕਲੇਜੇ ਠੰਡ ਪੈਂਦੀ, ਉਹਨਾਂ ਦੇ ਢਿੱਡਾਂ ਨੂੰ ਰੋਟੀਆਂ ਮਿਲਦੀਆਂ, ਠੰਡ ਪੈਂਦੀ ਹੈ। ਸੋ ਮੈਂ ਤਾਂ ਪਹਿਲੀ ਗੱਲ ਸਰਕਾਰ ਦਾ ਇਸ ਗੱਲ ਦਾ ਸਵਾਗਤ ਕਰਦਾ ਕਿ ਸਰਕਾਰ ਨੇ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ, ਔਰ ਕਹਿ ਰਹੇ ਨੇ। ਦੁੱਖ ਇਸ ਗੱਲ ਦਾ ਲੱਗਦਾ ਵਾ ਕਿ ਨੋਟੀਫਿਕੇਸ਼ਨ ਦੇ ਵਿੱਚ ਜੁਆਇਨਿੰਗ ਸਟੇਸ਼ਨ ਕਿਉਂ ਨਹੀਂ ਮਿਲਦੇ, ਦੁੱਖ ਇਸ ਗੱਲ ਦਾ ਵਾ। ਦੇਖੋ, ਅਸੀਂ ਜੇ ਸਾਡੀ ਇਸ ਗੱਲ ਦੇ ਨਾਲ ਬੱਬੀ ਬਾਦਲ ਜੀ ਦੇ ਥਰੂ ਅੱਜ ਪ੍ਰਕਾਸ਼ ਸਿੰਘ ਬਾਦਲ ਜੀ ਜਨਾਬ ਮੂੰਹ ਨਿਕਲਦੇ ਨੇ ਬਾਹਰ, ਜੇ ਅੱਜ ਆਨਰੇਬਲ ਸੀਐਮ ਸਾਹਿਬ ਉਹਦੇ ਉੱਤੇ ਵਰਕਿੰਗ ਕਰ ਲੈਣ ਤੇ ਪਤਾ ਕਰਨਾ ਵੀ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੂੰ ਸਟੇਸ਼ਨ ਕਿਹੜੇ ਮਿਲੇ ਨੇ। ਦੂਸਰੀ ਗੱਲ, ਇਹ ਕਹਿੰਦੇ ਪੱਕੀਆਂ ਨੌਕਰੀਆਂ ਦੇਤੀਆਂ, ਰੈਗੂਲਰ ਕਰ ਦਿੱਤੇ। ਦੇਖੋ, ਰੈਗੂਲਰ ਕਰਨ ਦੇ ਵਿੱਚ ਔਰ ਪਰਮਾਨੈਂਟ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਰੈਗੂਲਰ ਮਤਲਬ ਤੁਹਾਨੂੰ ਸਾਰਾ ਸਾਲ ਨਹੀਂ ਕੱਢਿਆ ਜਾਏਗਾ, ਤੁਹਾਨੂੰ ਮਤਲਬ ਤੁਹਾਨੂੰ ਨੌਕਰੀ ਮਿਲਦੀ ਜਾਏਗੀ। ਹੁਣ ਉਹਦੇ ਵਿੱਚ ਨੌਕਰੀਆਂ ਦੇ ਵਿੱਚ ਇਹਨਾਂ ਨੇ ਜਿਹੜਾ ਹਵਾਲਾ ਦਿੱਤਾ ਵਾ ਇਨਕਰੀਮੈਂਟੇਸ਼ਨ ਦਾ, ਜਾਂ ਉਹ 'ਚ ਕਿੱਦਾਂ ਕਿਹੜੇ ਪੇ ਸਕੇਲ ਲੱਗਦੇ ਨੇ, ਤੇ ਉਹ ਜਿਹੜੀਆਂ ਕੰਸੋਲੀਡੇਟ, ਦੇਖੋ ਕਲੀਅਰ ਕਰੋ, ਕੰਸੋਲੀਡੇਟ ਜਿਹੜੀਆਂ ਸੈਲਰੀਜ਼ ਵਾਲੀਆਂ ਨੇ। ਮੈਂ ਤੁਹਾਡੇ ਇਸੇ ਸਵਾਲ ਤੇ ਵਾਪਸ ਆ ਰਿਹਾ, ਸਵਾਲ ਤੁਹਾਡਾ ਇੰਪੋਰਟੈਂਟ ਹੈ, ਤੁਹਾਡਾ ਸਵਾਲ ਇੰਪੋਰਟੈਂਟ ਹੈ। ਮੈਂ ਇਸੇ ਸਵਾਲ ਤੇ ਵਾਪਸ ਆ ਰਿਹਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ ਕਿ ਇਹ ਨੌਕਰੀਆਂ ਵਾਲੀ ਸਰਕਾਰ ਹੈ। ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਬੜਾ ਸਵਾਲ ਅਸੀਂ ਪੁੱਛ ਰਹੇ ਹਾਂ, ਆਪ ਸਰਕਾਰ ਵੱਲੋਂ ਤਕਰੀਬਨ 30,000 ਸਰਕਾਰੀ ਨੌਕਰੀਆਂ ਦੇ ਦਾਅਵਿਆਂ ਦੀ ਗਰਾਊਂਡ ਰਿਪੋਰਟ ਕੀ ਹੈ। ਪ੍ਰੋਫੈਸਰ ਮਨੀਸ਼ ਸਿੰਘ, ਜਿਹੜਾ ਚੇਤਨ ਜੋਸ਼ੀ ਹਰਾਂ ਨੇ ਸਵਾਲ ਚੁੱਕਿਆ ਹੈ, ਤੁਹਾਨੂੰ ਇਸ ਸਵਾਲ ਵਿੱਚ ਵਜਨ ਲੱਗਦਾ? ਪਹਿਲੀ ਗੱਲ ਤੇ ਇਹ ਹੈ ਕਿ ਦੇਖੋ, ਜਦੋਂ ਵੀ ਪਾਰਟੀਆਂ ਆਪਣਾ ਪ੍ਰੋਗਰਾਮ ਦਿੰਦੀਆਂ ਆ ਚੋਣਾਂ ਦੇ ਦੌਰਾਨ, ਜਿਹਨੂੰ ਆਪਾਂ ਮੈਨੀਫੈਸਟੋ ਕਹਿੰਦੇ ਆ ਜਾਂ ਚੋਣ ਮਨੋਰਥ ਪੱਤਰ ਕਹਿੰਦੇ, ਉਹਦੇ ਵਿੱਚ ਤੇ ਭਾਸ਼ਾ ਹੁੰਦੀ ਹੋਰ। ਜਿਵੇਂ ਕੈਪਟਨ ਸਾਹਿਬ ਦੇ ਵੇਲੇ ਸੀਗਾ ਕਿ ਅਸੀਂ ਕਰਜ਼ਾ ਸਾਰਾ ਮਾਫ ਕਰਾਂਗੇ, ਫਿਰ ਬਾਅਦ ਵਿੱਚ ਘਟਦਾ ਇਹਨੂੰ ਦਿਆਂਗੇ, ਇਹਨੂੰ ਨਹੀਂ ਦਿਆਂਗੇ, ਇਹਦੇ ਚ ਕਰਜ਼ਾ ਕਰਾਂਗੇ, ਉਹ ਕਰਦਿਆਂ ਕਰਾਉਂਦਿਆਂ 5-6 ਹਜ਼ਾਰ ਕਰੋੜ ਤੇ ਆ ਕੇ ਟਿਕ ਗਿਆ। ਇਸੇ ਤਰ੍ਹਾਂ ਹੀ ਨੌਕਰੀਆਂ ਅਸੀਂ ਅਡਹਾਕ ਨੂੰ, ਕੱਚਿਆਂ ਨੂੰ ਪੱਕੇ ਕਰਾਂਗੇ, ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਇਹ ਉਦੋਂ ਭਾਸ਼ਾ ਹੁੰਦੀ ਹੈ। ਜਦੋਂ ਨੌਕਰੀ ਦੇਣੀ ਪੈਂਦੀ ਆ ਫਿਰ ਲੱਭਦੇ ਯਾਰ ਘੱਟ ਤੋਂ ਘੱਟ ਕਿਵੇਂ ਦੇਣੀਆਂ ਪੈਣ। ਫਿਰ 10 ਸਾਲ ਦਾ ਕ੍ਰਾਈਟੇਰੀਆ ਆ ਗਿਆ ਕਿ 10 ਸਾਲ ਤੋਂ ਜਿਨ੍ਹਾਂ ਨੇ ਨੌਕਰੀ ਕੀਤੀ ਅਸੀਂ ਤੇ ਉਹਨਾਂ ਨੂੰ ਦੇਵਾਂਗੇ, ਜਿਹੜੇ ਅਜੇ 10 ਸਾਲਾਂ ਤੋਂ ਘੱਟ ਹੋ, ਅਜੇ ਬੈਠਣ, ਅਜੇ ਵੇਟ ਕਰਨ, ਹੋ ਸਕਦਾ ਉਹਨਾਂ ਨੂੰ ਨਾ ਹੀ ਮਿਲੇ, ਕਿਉਂਕਿ ਅੱਜ ਦੀ ਡੇਟ ਜਿਨ੍ਹਾਂ ਨੂੰ ਮਿਲ ਗਈਆਂ ਉਹਨਾਂ ਨੂੰ ਮਿਲ ਗਈਆਂ। ਫਿਰ ਜੀ ਦੇਣਾ ਕੀ ਹੈਗਾ? ਜਿਨ੍ਹਾਂ ਨੂੰ 9,500 ਮਿਲਦਾ ਉਹਨੂੰ ਦੇ ਦਿਓ 20-21,000, ਪਰ ਉਹ ਪੱਕਾ, ਤੇ 5% ਜਿਹੜਾ ਹਰ ਸਾਲ ਵਧੀ ਜਾਊਗਾ ਉਹਦੇ 'ਚ, ਉਹਦੇ ਨਾਲੋਂ ਜ਼ਿਆਦਾ ਤੇ ਮਹਿੰਗਾਈ ਆ, ਮਹਿੰਗਾਈ ਵੀ ਪੂਰੀ ਜਿਹੜੀ ਆ ਨਿਊਟਰਲਾਈਜ਼ ਨਹੀਂ ਹੋਣੀ। ਇਸੇ ਤਰੀਕੇ ਨਾਲ ਜਿਹਦਾ 10-11 ਆ ਉਹਦਾ 22-23 ਕਰ ਦਿੱਤਾ,
ਉਹ ਵੀ ਪੱਕਾ, ਜਿਹੜੀ ਚੇਤਨ ਜੋਸ਼ੀ ਹੁਣੀ ਗੱਲ ਕਹਿਣ ਲੱਗੇ ਸੀ। ਦੇਖੋ ਇੱਕ ਸਕੇਲ ਤੇ ਉਹਦੇ ਚ ਡੀਏ ਤੇ ਹੋਰ ਸਾਰਾ ਅਨਾਉਂਸ ਹੋ ਕੇ ਉਹ ਹੋਣਾ, ਉਹ ਗੱਲ ਇੱਕ ਅਲੱਗ ਹੁੰਦੀ ਆ। ਉਹਦੇ ਚ ਤੇ ਬਣਨੀ ਆ ਟੀਚਰਾਂ ਦੀਆਂ 50-50 60-60 ਹਜ਼ਾਰ ਦਿਨਾਂ 10 ਸਾਲ ਨੌਕਰੀ ਕੀਤੀ ਹੋਈ ਆ, ਜਦ ਕਿ ਉਹਨਾਂ ਨੂੰ ਹੁਣ ਉਸ ਮਜਬੂਰੀ ਬਸ। ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ KP ਸਿੰਘ ਵੀ ਇਹ ਕੀ ਚੱਕਰ ਆ। ਉਹ ਕਹਿੰਦੇ ਕਿ ਅਜੇ ਇੱਕ ਵਾਰੀ ਉਹ ਜੁਆਇਨ ਕਰਨਗੇ ਜਿਨ੍ਹਾਂ ਟੀਚਰਾਂ ਨੂੰ ਜਿਹੜੀਆਂ ਜਾਂ ਹੋਰਨਾਂ ਨੂੰ ਵੀ ਅਡਾਕ ਲੋਕਾਂ ਨੂੰ ਮਿਲ ਗਈਆਂ, ਕਿਉਂਕਿ ਉਹ ਬੜੇ ਇਹ ਨੌਕਰੀਆਂ ਤੋਂ ਪਰੇਸ਼ਾਨ ਆ ਕਿ ਇੱਕ ਦੇਖੋ 10,000 ਰੁਪਈਆ ਅਨਸਕਿਲਡ ਲੇਬਰਰ ਦੀ, ਤੇ ਅਨਸਕਿਲਡ ਲੇਬਰਰ ਮਿਨੀਮਮ ਵੇਜ ਹੈਗੀ, ਮਿਨੀਮਮ ਘੱਟ, ਜੇ ਘੱਟ ਦੋਗੇ ਤਾਂ ਤੁਹਾਨੂੰ ਜੇਲ੍ਹ ਹੋ ਸਕਦੀ ਹੈ। ਤੇ ਜੇ ਉਦੋਂ ਥੱਲੇ ਵੀ ਟੀਚਰ ਨੌਕਰੀਆਂ ਕਰ ਰਹੇ ਸੀ ਤੇ ਹੁਣ ਉਹਨਾਂ ਦੀ 20,000 ਜਾਂ 21,000 ਜਾਂ ਇਸ ਤਰੀਕੇ ਦੀ ਹੋ ਰਹੀ ਹੈ। ਐਕਸਪਲਾਈਟੇਸ਼ਨ ਤੇ ਬਹੁਤ ਹੈ, ਅੱਜ ਮਜਬੂਰੀ ਵੀ ਬਹੁਤ ਹੈ। ਉਹ ਜੁਆਇਨ ਕਰਨ ਤੋਂ ਬਾਅਦ ਫਿਰ ਸਕੇਲਾਂ ਵਾਲੇ ਚੱਕਰ ਦੇ ਵਿੱਚ ਇੱਕ ਚੀਜ਼ ਮੈਨੂੰ ਕਲੀਅਰ ਕਰ ਦਿਓ, ਤੁਹਾਨੂੰ 29,684 ਦੇ ਅੰਕੜੇ ਤੇ ਕੋਈ ਇਤਰਾਜ਼ ਨਹੀਂ? ਇਤਰਾਜ਼ ਹੈ ਕਿ ਜਿਹੜਾ ਉਹਨਾਂ ਨੂੰ ਭੱਤੇ ਦੇਣੇ ਹੈ ਜਾਂ ਜਿਹੜੇ ਉਹਨਾਂ ਦੇ ਪ੍ਰੋਬੇਸ਼ਨ ਪੀਰੀਅਡ ਹੈ ਜਾਂ ਉਹਨਾਂ ਨੂੰ ਰੈਗੂਲਰ ਕਰਨ ਵਾਲਾ ਜਿਹੜਾ ਕ੍ਰਾਈਟੇਰੀਆ, ਉਹਨਾਂ ਤੇ ਸਵਾਲ ਹੈ ਤੁਹਾਡੇ? KP ਸਿੰਘ, ਇਹ ਜਿਹੜੇ 29,000 ਦੇ ਵੀ ਕਲੇਮ ਹੈ ਨਾ ਕਿ ਨੂੰ ਨੌਕਰੀਆਂ ਕਰ ਲਈਆਂ, ਉਹਦੇ ਬਾਰੇ ਵੀ ਕੋਈ ਪੱਕਾ ਪਤਾ ਨਹੀਂ ਹੈ। ਕਿਉਂਕਿ ਦੇਖੋ ਇੱਕ ਕਲੇਮ ਕਰ ਲੈਣਾ ਸਰਕਾਰ ਤੋਂ, ਉਹਨਾਂ ਤੇ ਇਸ਼ਤਿਹਾਰ ਕੱਢਤਾ। ਹੁਣ ਤੁਹਾਡੇ ਕੋਲ ਇਹੋ ਜਿਹੀ ਕੋਈ ਸਾਧਨ ਨਹੀਂ ਹੈ ਕਿ ਤੁਸੀਂ ਇਹ ਕਰ ਸਕੋ। ਤੁਹਾਨੂੰ ਤੇ ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਨਾ KP ਸਿੰਘ, 5-6 ਦਿਨ ਪਹਿਲਾਂ ਇੱਕ ਵੀਡੀਓ ਆ ਰਹੀ ਸੀ, ਉਹ ਕੱਚਾ ਮਲਾਜ਼ਮ ਨੇ 10 ਬੰਦੇ ਉਹਦੇ ਨਾਲ ਹੋਰ ਕੀਤੇ ਸੀ। ਉਹ ਇਹ ਕਹਿ ਰਿਹਾ ਸੀਗਾ ਕਿ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਉਹ ਦੱਸੋ। ਖੈਰ ਉਹ ਵੀ ਐਕਸਟ੍ਰੀਮ ਸੀਗੀ, ਹੋ ਸਕਦਾ ਹੈ ਜ਼ਰੂਰ ਨਿਯੁਕਤੀ ਪੱਤਰ ਦਿੱਤੇ ਹੋਣਗੇ, ਪਰ ਜਿਸ ਕਿਸਮ ਦੇ ਕਲੇਮ ਹੈ ਉਹਦੀ ਵੈਰੀਫਿਕੇਸ਼ਨ ਕਰਨੀ ਹੈ ਸਾਡੇ ਲਈ ਤੇ ਬੜਾ ਔਖਾ ਆ। ਜਾਂ ਤੱਕ ਇੱਕ ਸਪੈਸ਼ਲ ਇਹਦੇ ਤੇ ਟਾਰਗੇਟ ਕਰਕੇ ਇਹਦੀ ਇਨਵੈਸਟੀਗੇਸ਼ਨ ਕਰਕੇ ਫਿਰ ਉਹਦੇ ਤੇ ਗੱਲ ਕਰੇ। ਜੋ ਅਖਬਾਰਾਂ ਕਿਹਾ ਵੈਸੇ ਸਤੰਬਰ ਦਾ ਪਿਛਲੇ 9 ਮਹੀਨਿਆਂ ਦਾ ਰੌਲਾ ਪਿਆ ਆ, ਉੱਥੇ ਸਬ ਕਮੇਟੀ ਹੈ ਜਿਹਦੇ ਵਿੱਚ ਜੀ ਜੋਤ ਬਹਿਨ ਸੀਗੇ, ਉਹਨਾਂ ਨੇ ਉਦੋਂ ਇਹ ਕਿਹਾ ਸੀ ਕਿ ਅਸੀਂ ਇਹ ਪਾਸ ਕਰਤਾ ਕਿ ਹੁਣ ਅਸੀਂ ਕਰਾਂਗੇ। ਉਦੋਂ ਪਹਿਲਾਂ ਤੋਂ ਵੀ, ਉਦੋਂ ਬਾਅਦ ਵੀ ਕਿੰਨੀ ਵਾਰੀ ਮਸ਼ਹੂਰੀਆਂ ਹੋ ਰਹੀਆਂ ਆ, ਟੀਵੀਆਂ ਤੇ ਆ ਰਹੀਆਂ, ਹੋਰ ਆ ਰਹੀਆਂ। ਪਰ ਧਰਾਤਲ ਤੇ ਆਪਾਂ ਇਹ ਮਾਨਸੇ ਵਾਲਿਆਂ ਤੋਂ ਜਾਣਦੇ ਹਾਂ ਜਿਹੜੇ 8,700 ਤੋਂ ਵੱਧ ਕਹਿ ਰਹੇ ਅਸੀਂ ਉਡਾਉ, ਸਾਨੂੰ ਕੋਈ ਪੁੱਛ ਨਹੀਂ ਰਿਹਾ। C ਔਰ D ਗ੍ਰੇਡ ਦੇ ਜਿਹੜੇ ਆ ਟੈਂਕੀ ਤੇ ਚੜੇ 8 ਦਿਨ ਹੋ ਗਏ ਆ, ਟੀਚਰ ਚੜੇ ਹੋਏ ਆ। ਚਲੋ ਮੈਂ ਇਹੀ ਸਵਾਲ ਲੈ ਕੇ ਜਾ ਰਿਹਾ, ਮੈਂ ਆਮ ਆਦਮੀ ਪਾਰਟੀ ਤੋਂ। ਬੱਬੀ ਬਾਦਲ, ਤੁਸੀਂ ਇਹ ਡਿਸਕ੍ਰਾਈਬ ਕਰ ਸਕਦੇ ਹੋ ਕਿ ਜਿਹੜਾ ਤੁਸੀਂ ਡਾਟਾ ਦੇ ਰਹੇ ਹੋ ਉਸ ਡਾਟੇ ਵਿੱਚ ਤੁਸੀਂ ਕਿੰਨੀ ਸੈਲਰੀਜ਼ ਹੈ ਜਿਹੜੀ, ਜਾਂ ਕਿੰਨਾ ਪ੍ਰੋਬੇਸ਼ਨ ਪੀਰੀਅਡ, ਜਾਂ ਉਹਨਾਂ ਨੂੰ ਰੈਗੂਲਰ ਤੇ ਸਰਕਾਰੀ ਨੌਕਰੀ ਪੱਕੇ ਤੌਰ ਤੇ ਉਹਨਾਂ ਦੇ ਕਿੰਨੇ ਪੱਤੇ ਆ, ਇਸ ਬਾਰੇ ਤੁਸੀਂ ਜਵਾਬ ਦੇ ਸਕਦੇ ਹੋ? ਸਾਰਿਆਂ ਦਾ ਇਹੀ ਸਵਾਲ ਹੈ। KP ਜੀ, ਸਭ ਤੋਂ ਪਹਿਲਾਂ ਤਾਂ ਮੈਂ ਚੇਤਨ ਜੀ ਦਾ ਧੰਨਵਾਦ ਕਰਦਾ ਹਾਂ ਫॉर द ਕਾਈਂਡ ਵਰਡਸ ਹੀ ਹੈਜ਼ ਸੈਡ ਫॉर ਮੀ, ਥੈਂਕ ਯੂ ਵੈਰੀ ਮਚ। ਲੇਕਿਨ ਮੈਂ ਇਹਦੇ ਨਾਲ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਹੈ ਕਿ ਮਾਨ ਸਰਕਾਰ 2 ਪ੍ਰੋਂਗਡ ਅਟੈਕ ਕਰ ਰਹੀ ਹੈ ਅਨਇੰਪਲੋਇਮੈਂਟ ਤੇ। ਪਹਿਲਾ ਤਾਂ ਜਿਹੜੀਆਂ ਸਰਕਾਰੀ ਨੌਕਰੀਆਂ ਉਹਨਾਂ ਨੂੰ ਪਾਰਦਰਸ਼ਤਾ ਨਾਲ, ਇਮਾਨਦਾਰੀ ਨਾਲ, ਮੈਰਿਟ ਦੇ ਉੱਤੇ 29,684 ਆਪਾਂ ਦਿੱਤੀਆਂ। ਦੂਸਰਾ ਇਹ ਹੈ ਕਿ ਜਿਹੜਾ ਪ੍ਰਾਈਵੇਟ ਸੈਕਟਰ ਵਿੱਚ ਆਪਾਂ ਨੌਕਰੀਆਂ ਦਾ ਇੱਕ ਦੇਖੋ, ਆਪਣੇ ਪਿਛਲੀਆਂ ਸਰਕਾਰਾਂ ਸੁੱਤੀਆਂ ਰਹਿ ਗਈਆਂ। ਗੁੜਗਾਉਂ ਇੱਕ ਵਰਲਡ ਦਾ ਹੱਬ ਬਣ ਗਿਆ। ਹਰਿਆਣੇ ਨੇ ਗੁੜਗਾਉਂ ਦੇ ਵਿੱਚ ਲੱਖਾਂ ਨੌਕਰੀਆਂ ਪ੍ਰਾਈਵੇਟ ਇਹੋ ਜਿਹੀਆਂ ਸਰਵਿਸ ਇੰਡਸਟਰੀ ਦੀਆਂ ਲੈ ਆਂਦੀਆਂ ਕਿ ਉੱਥੇ ਸਾਰੇ ਆਪਣੇ ਮੁੰਡੇ ਵੀ ਪੰਜਾਬ ਦੇ ਵੀ ਗੁੜਗਾਉਂ ਜਾ ਕੇ ਸਰਵਿਸ ਕਰ ਰਹੇ ਆ। ਹੁਣ ਆਪਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ NCR ਦਾ ਬਹੁਤ ਫਾਇਦਾ ਹੈ ਹਰਿਆਣੇ ਨੂੰ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਬੱਬੀ ਬਾਦਲ। ਪਰ ਸਵਾਲ ਹੈ ਜਿਹੜੀ ਆਪੋਜੀਸ਼ਨ ਸਵਾਲ ਕਰਦੀ ਪਈ ਹੈ, ਬੱਬੀ ਬਾਦਲ ਸਵਾਲ ਸੁਣ ਲਓ ਸਰ। ਇਹ ਕਹਿ ਰਹੇ ਜਿਹੜੇ 4161 ਹੈ ਉਹਨਾਂ ਨੂੰ ਸਟੇਸ਼ਨ ਨਹੀਂ ਲਾਟ ਹੋਏਗੇ, ਤੁਸੀਂ ਕਹਿ ਰਹੇ ਹੋ ਤੁਸੀਂ ਉਹਨਾਂ ਡਾਟਾ ਵਿੱਚ ਸ਼ਾਮਲ ਕੀਤਾ ਨਾ ਇਹਦੇ ਵਿੱਚ, ਜਾਂ ਨਹੀਂ ਕੀਤਾ? ਮੇਰੀ ਬੇਨਤੀ ਇਹ ਹੈ ਵੀ ਕਈ ਵਾਰ ਨਾ ਬੰਦੇ ਨੂੰ ਇਹ ਹੁੰਦਾ ਹੈ ਕਿ ਰੋਟੀ ਖਾਂਦੇ ਦੀ ਦਾੜੀ ਹਿਲਦੀ ਹੈ। ਜੇ ਅਸੀਂ ਸਿਲੈਕਟ ਕੀਤੇ ਤਾਂ ਸਟੇਸ਼ਨ ਵੀ ਦੇਵਾਂਗੇ। KP ਜੀ, ਬਿਨਾਂ ਸਟੇਸ਼ਨ ਦਿੱਤੇ ਕਦੇ ਹੋ ਸਕਦਾ ਹੈ ਵੀ ਆਪਾਂ ਬਿਨਾਂ ਸਟੇਸ਼ਨ ਦਿੱਤੇ ਬੰਦਿਆਂ ਨੂੰ ਨੌਕਰੀ ਤੇ ਉਹ ਭੇਜ ਦਈਏ। ਇਹ ਜਿਹੜੀਆਂ ਟੈਕਨੀਕਲ ਗਲਿਚਸ ਹੈ ਜਾਂ ਜਿਹੜੀ ਕੋਈ ਟੈਕਨੀਕਲੀ ਕੋਈ 1-2 ਉਹ ਪੁਆਇੰਟ ਲੱਭ ਕੇ ਉਹ ਕਰਦੇ ਆ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇੱਕ ਵੀ ਬੁਲਾਰੇ ਨੇ ਇਹ ਨਹੀਂ ਕਿਹਾ ਕਿ ਜੀ ਨੌਕਰੀਆਂ ਵਿੱਚ ਬੇਈਮਾਨੀ ਹੋ ਰਹੀ ਹੈ। ਮੈਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ ਕੋਈ ਇਹ ਹਿੰਮਤ ਨਹੀਂ ਕਰ ਸਕਦਾ। ਪਿਛਲੀ ਸਰਕਾਰਾਂ ਦੇ ਟਾਈਮ ਤੁਸੀਂ ਇੱਕ ਡਾਟਾ ਕੱਢ ਲਓ। ਮੈਂ 2 ਗੱਲਾਂ ਤੁਹਾਨੂੰ ਕਹਿਣੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਅਕਾਲੀ ਸਰਕਾਰ ਸੀ ਉਹਦੇ ਵਿੱਚ ਡਾਟਾ ਕੱਢੋ
ਕਿ ਜਿਹੜੀ ਪੁਲਿਸ ਦੀ ਭਰਤੀ ਹੋਈ ਹੈ ਕਿੰਨੇ ਪੁਲਿਸ ਵਾਲੇ ਲੰਬੀ ਹਲਕੇ ਚੋਂ ਭਰਤੀ ਹੋਏ ਆ। ਸਿਰਫ ਇਹ ਡਾਟਾ ਕੱਢ ਲਓ ਕਿ ਅਸੈਂਬਲੀ ਸੀਟ ਲੰਬੀ ਹੈ ਜਿਹੜੀ, ਉਹਦੇ ਕਿੰਨੇ ਬੰਦੇ ਮੁੰਡੇ ਪੁਲਿਸ ਦੇ ਵਿੱਚ ਭਰਤੀ ਹੋਏ ਆ। ਦੂਜੀ ਗੱਲ ਹੈ, ਸ਼੍ਰੋਮਣੀ ਕਮੇਟੀ ਦੀ ਗੱਲ ਆ ਰਹੀ ਹੈ, ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਹੋਏ ਆ। ਮੈਂ ਕਹਿੰਦਾ ਯਾਰ ਗੱਲ ਇਮਾਨਦਾਰੀ ਦੀ, ਨੀਅਤ ਦੀ ਆਪਾਂ ਕਰਦੇ ਆਂ। ਪਹਿਲੀ ਵਾਰ ਇਤਿਹਾਸ ਵਿੱਚ ਹੋ ਰਿਹਾ ਹੈ ਕਿ ਇੱਕ ਵੀ ਨੌਕਰੀ ਸਿਫਾਰਿਸ਼ ਤੇ ਨਹੀਂ ਦਿੱਤੀ ਜਾ ਰਹੀ, ਮੈਰਿਟ ਤੇ ਦਿੱਤੀਆਂ ਜਾ ਰਹੀਆਂ ਹੈ। ਮੈਂ ਸਮਝਦਾ ਸਾਰਿਆਂ ਨੂੰ ਇਸ ਗੱਲ ਦੀ ਚਲੋ ਮੈਂ ਇਹ ਸਵਾਲ ਲੈ ਕੇ ਵਾਪਸ ਆ ਰਿਹਾ ਬੱਬੀ ਬਾਦਲ, ਜਿਹੜਾ ਕਰਪਸ਼ਨ ਫਰੀ ਦੀ ਤੁਸੀਂ ਗੱਲ ਕਰਦੇ ਪਏ, ਇਸੇ ਸਵਾਲ ਤੇ ਵਾਪਸ ਆ ਰਹੇ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ, ਬਾਕੀ ਮਹਿਮਾਨਾਂ ਕੋਲ ਵੀ ਜਾਵਾਂਗੇ। ਨੌਕਰੀਆਂ ਤੇ ਨਿਯੁਕਤੀ ਪੱਤਰਾਂ ਦਾ ਦੌਰ ਹੈ, ਪਰ ਵਿਰੋਧੀ ਕਿਉਂ ਮਚਾ ਰਹੇ ਸ਼ੋਰ ਹੈ। ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਆਪ ਸਰਕਾਰ ਵੱਲੋਂ ਤਕਰੀਬਨ 30,000 ਸਰਕਾਰੀ ਨੌਕਰੀਆਂ ਦੇ ਦਾਅਵਿਆਂ ਦੀ ਗਰਾਊਂਡ ਰਿਪੋਰਟ ਕੀ ਹੈ। ਭਾਰਤੀ ਸਾਹਿਬ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ ਗੱਲ ਬੜੇ ਹਿੱਕ ਠੋਕ ਕੇ ਕਹਿ ਰਹੇ ਆ ਕਿ ਕਰਪਸ਼ਨ ਫਰੀ ਅਸੀਂ ਮੈਰਿਟ ਦੇ ਬੇਸ ਤੇ ਨੌਕਰੀਆਂ ਦੇ ਰਹੇ ਹਾਂ। ਭਾਰਤੀ ਸਾਹਿਬ, ਇਹਦਾ ਵੈਲਕਮ ਕਰਨਾ ਬਣਦਾ ਭਾਰਤੀ ਸਾਹਿਬ ਜਾਂ ਨਹੀਂ? ਦੇਖੋ ਗੱਲ ਇਹ ਹੈ ਕਿ ਸਾਨੂੰ ਬੜੀ ਡਿਟੇਲ ਵਿੱਚ ਦੱਸਿਆ, ਲੇਕਿਨ ਜਦ ਤੱਕ ਤੁਸੀਂ ਉਹਨਾਂ ਨੂੰ ਸਿਲੈਕਟ ਨਾ ਕਰ ਲਿਆ, ਉਹ ਆਪਣੇ ਕਿਨਾਰੇ ਤੇ ਬੈਠੇ ਆ। ਲੇਕਿਨ ਉਹਨਾਂ ਨੂੰ ਅੱਜ ਤੁਸੀਂ ਐਮਪਲੋਇਡ ਗਿਣੋਗੇ ਕਿ ਅਨਐਮਪਲੋਇਡ ਗਿਣੋਗੇ? ਤੁਸੀਂ ਕਿਹੜਾ ਉਹਨਾਂ ਨੂੰ ਸੈਲਰੀ ਦੇ ਰਹੇ ਹੋ? ਸਿਲੈਕਟ ਕਰਕੇ ਘਰ ਬਿਠਾਤੇ, ਦੇ ਆਰ ਵੇਟਿੰਗ ਫॉर देयर ਸਰਵਿਸ। ਔਰ ਬੱਚਿਆਂ ਦੀ ਪੜ੍ਹਾਈ ਦਾ ਕੀ ਬਣ ਰਿਹਾ ਅੱਗੇ? ਉਹ ਜਿੱਥੇ ਜਿਹੜੇ ਸਕੂਲਾਂ 'ਚ ਉਹਨਾਂ ਨੇ ਜਾਣਾ ਉੱਥੇ ਸੀਟਾਂ ਖਾਲੀ ਪਈਆਂ, ਉਹ ਸਿਲੈਕਸ਼ਨ ਤਾਂ ਕਰ ਲਈ, ਪਰ ਸਟੇਸ਼ਨ ਕਿਉਂ ਨਹੀਂ ਅਲਾਟ ਕੀਤੇ? ਇਟ ਮੀਨਸ ਸਿਰਫ ਬੇਵਕੂਫ ਬਣਾਇਆ ਜਾ ਰਿਹਾ ਹੈ। ਜਿੱਦਾਂ ਬੀਜੇਪੀ ਨੇ ਸੈਂਟਰ ਵਿੱਚ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕੀਤਾ, 15 ਲੱਖ ਰੁਪਇਆ ਹਰ ਇੱਕ ਖਾਤੇ 'ਚ ਦੇਣ ਦਾ ਵਾਅਦਾ ਕੀਤਾ, ਬੀਜੇਪੀ ਤੇ ਆਮ ਆਦਮੀ ਪਾਰਟੀ 'ਚ ਫਰਕ ਕੀ ਰਿਹਾ? ਸੋ ਇਸ ਕਰਕੇ ਜੋ ਕਹਿਣ ਉਹ ਕਰਨ, ਜੇਕਰ ਨਹੀਂ ਕਰ ਸਕਦੇ ਤਾਂ ਫਿਰ ਝੂਠੇ ਵਾਅਦੇ ਕਰਨ ਦੀ ਜ਼ਰੂਰਤ ਕੀ ਹੈ? ਚਲੋ ਹੁਣ ਇਹ ਭਾਈ ਸਾਹਿਬ ਕਿ ਵੀ ਬੜੀ ਇਮਾਨਦਾਰੀ ਦੇ ਨਾਲ ਅਸੀਂ ਕਰ ਰਹੇ ਹਾਂ, ਟਰਾਂਸਪੇਰੈਂਸੀ ਹੈ। ਸਰ ਕਹਿੰਦੇ, ਸਿਆਣੇ ਕਹਿੰਦੇ ਆ, ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਏ। ਹੁਣ ਉਸ ਤੁਹਾਡੀ ਟਰਾਂਸਪੇਰੈਂਸੀ ਨੂੰ ਕੀ ਕਰਨਾ ਹੈ ਜਦੋਂ ਲੋਕ ਤਾਂ ਘਰ 'ਚ ਬੈਠੇ ਆ, ਤੁਸੀਂ ਕਹਿੰਦੇ ਹੋ ਅਸੀਂ ਨੌਕਰੀ ਦੇਤੀ? ਚਲੋ ਠੀਕ ਠੀਕ ਪ੍ਰਸਮਜੀਤ ਸਿੰਘ, ਇੱਕ ਮਿੰਟ, ਠੀਕ ਹੈ ਭਾਰਤੀ ਸਾਹਿਬ, ਤੁਹਾਡੇ ਦੋਨੋਂ ਸਵਾਲ ਲੈ ਰਹੇ ਨੇ। ਪ੍ਰਸਮਜੀਤ ਸਿੰਘ, ਭਾਰਤੀ ਸਾਹਿਬ ਨੇ ਜਿਹੜੇ ਸਵਾਲ ਚੁੱਕੇ ਆ ਉਹ ਕਹਿੰਦੇ ਵੀ ਨੌਕਰੀ ਦੇਤੀ, ਸਿਲੈਕਟ ਕਰ ਲਿਆ, ਬੈਠੇ ਘਰੇ ਆ, ਸੈਲਰੀ ਥੋੜੀ ਮਿਲ ਜਾਣੀ ਹੈ, ਕਹਿੰਦੇ ਬੇਵਕੂਫ ਬਣਾਇਆ ਜਾ ਰਿਹਾ। ਦੂਜਾ ਸਵਾਲ ਉਹ ਕਹਿ ਰਹੇ ਆ ਕਿ ਜਿਹੜੀ ਇਮਾਨਦਾਰੀ ਦੇ ਢੋਲ ਵਜਾਏ ਜਾ ਰਹੇ ਆ ਉਹ ਸਿਰਫ ਗਾਣੇ ਹੀ ਆ, ਬਸ ਇਸ ਤੋਂ ਅੱਗੇ ਕੁਝ ਨਹੀਂ। ਪ੍ਰਸਮਜੀਤ ਸਿੰਘ, ਨਹੀਂ ਦੇਖੋ ਕੀ ਇਹ ਬੱਬੀ ਜੀ ਨੂੰ ਪਤਾ ਜਾਂ ਜਿਹੜੇ ਕੱਟੜ ਇਮਾਨਦਾਰ ਉਹ ਤੇ ਜੇਲ੍ਹ 'ਚ ਬੈਠੇ ਹੋਏ ਆ, ਹੈ ਨਾ, ਦਿੱਲੀ ਦੇ ਵਿੱਚ, ਤੇ ਇੱਥੇ ਵੀ ਅਜੇ ਨਵੇਂ ਸਾਰੇ ਬੰਦੇ ਹੈ। ਕਿੰਨੇ ਬੰਦੇ ਜਿਹੜੇ ਅੱਜ ਤੁਹਾਨੂੰ ਪਤਾ ਕਿੰਨੇ 40-43 ਬੰਦੇ ਜਿਹੜੇ ਆ ਉਹ ਤਹਿਸੀਲਦਾਰ ਤੇ ਸਬ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਉਹਨਾਂ ਤੇ ਵਿਜੀਲੈਂਸ ਨੇ ਰਿਪੋਰਟ ਕੀ ਦਿੱਤੀ ਹੈਗੀ ਆ। ਉਹ ਸਾਰੇ ਮੋਟਾ ਪੈਸਾ ਬਣਾ ਰਹੇ ਆ, ਜਿਹਦੇ 'ਚ ਰੋਪੜ ਤੋਂ ਲੈ ਕੇ ਪਟਿਆਲੇ ਸਾਰੇ ਕਈ ਜਗ੍ਹਾ, ਲੁਧਿਆਣੇ ਦੇ ਸਭ ਤੋਂ ਵੱਧ ਹੈਗੇ ਆ। ਅੱਜ ਤੱਕ ਉਹ ਸਾਰਾ ਉਸੇ ਤਰ੍ਹਾਂ ਹੀ ਚੱਲ ਰਿਹਾ ਸੀ। ਕਰਪਸ਼ਨ ਛੱਡ ਦਿਓ ਤੁਸੀਂ, ਕਿੱਥੇ ਕੀ ਹੋ ਰਹੀ ਆ, ਉਹਨੂੰ ਅਜੇ ਠੱਲ ਨਹੀਂ ਪਈ। ਹਾਂ, ਜੇ ਕੋਈ ਸੱਚੀ ਮੁੱਚੀ ਇਹੋ ਜਿਹਾ ਐਕਸ਼ਨ ਲਗਾਤਾਰ ਕਰਕੇ ਤੇ ਲੋਕਾਂ 'ਚ ਜਾਂ ਬਿਊਰੋਕ੍ਰੇਸੀ ਦੋ ਚੀਜ਼ਾਂ। ਇੱਕ ਚੀਜ਼ ਤੁਸੀਂ ਕਹਿ ਰਹੇ ਹੋ ਕਰਪਸ਼ਨ ਹੋ ਰਹੀ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ, ਉਹ ਸਵਾਲ ਕਰਦੇ ਪਏ ਜਿਹੜੇ ਅਸੀਂ ਨਵੀਆਂ ਨਿਯੁਕਤੀਆਂ ਕਰਦੇ ਪਏ ਆ ਉਹ ਬਿਨਾਂ ਕਰਪਸ਼ਨ ਤੋਂ ਕਰਦੇ ਪਏ ਆ, ਅਸੀਂ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦੇ ਪਏ, ਮੈਰਿਟ ਦੇ ਬੇਸ ਤੇ ਕਰਦੇ ਪਏ। ਇਹ ਸਵਾਲ ਹੈ ਪ੍ਰਸਮਜੀਤ ਸਿੰਘ। ਨਹੀਂ ਬਿਲਕੁਲ ਠੀਕ ਹੈਗਾ ਆ। ਜਿਹੜੀਆਂ ਨਵੀਆਂ ਭਰਤੀਆਂ ਆ, ਮੈਨੂੰ ਲੱਗਦਾ ਕਿ ਜਿਹੜੀਆਂ ਸਭ ਤੋਂ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇੱਕ ਤੇ 29,000 ਕਹਿੰਦੇ ਅਸੀਂ ਭਰਤੀਆਂ ਕੀਤੀਆਂ, ਮੇਰੇ ਕੋਲ ਕੋਈ ਇਹੋ ਜਿਹੇ ਅੰਕੜੇ ਨਹੀਂ। ਅਸੀਂ ਉਹਦੇ ਇੰਨੇ ਡਿਪਾਰਟਮੈਂਟ ਹੈ ਸਾਰੇ ਦਾ, ਜੇ ਕੰਪਾਈਲ ਕਰੋਗੇ ਕਿੱਥੇ ਕਿੱਦਾਂ ਆ। ਅਸੀਂ ਜਿਸ ਆਧਾਰ ਤੇ ਗੱਲ ਕਰ ਰਹੇ, ਜਿਹੜੇ ਮੀਡੀਆ 'ਚ ਆ ਕੇ ਲੋਕ ਰੋਸ ਪ੍ਰਗਟ ਕਰ ਰਹੇ ਆ, ਜਿਹੜੇ ਵਿਨੋਦ ਭਾਰਤੀ ਜੀ ਕਹਿ ਰਹੇ ਆ, ਕੁਝ ਦਿਨ ਪਹਿਲਾਂ ਉਹ ਬੰਦੇ ਖੜੇ ਸੀ, ਉਹ ਕਹਿੰਦੇ ਸਾਨੂੰ ਅਸੀਂ 3 ਮਹੀਨੇ 4 ਮਹੀਨੇ ਉਡੀਕ ਕੇ ਸਾਡੇ ਕੋਲ ਆ ਚਿੱਠੀਆਂ ਪਈਆਂ ਹੋਈਆਂ, ਸਾਨੂੰ ਕੋਈ ਸਟੇਸ਼ਨ ਨਹੀਂ ਅਲਾਟ ਹੋ ਰਿਹਾ। ਅਸੀਂ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਵੀ ਉਹ ਬੰਦੇ
ਕਹਿ ਰਹੇ ਆ ਕਿ ਸਾਨੂੰ ਕੋਈ ਨੌਕਰੀ ਨਹੀਂ ਮਿਲੀ। ਇਸੇ ਤਰੀਕੇ ਨਾਲ ਜਿਹੜੇ ਬੰਦੇ ਮੀਡੀਆ 'ਚ ਆ ਕੇ ਇਹ ਗੱਲ ਕਹਿ ਰਹੇ ਆ ਕਿ ਅਸੀਂ ਪੱਕੇ ਕਰ ਦਿਓ, ਕਹਿੰਦੇ ਸਾਨੂੰ ਦੱਸੋ ਕਿਹੜੇ ਕੱਚੇ ਬੰਦੇ ਨੂੰ ਨੌਕਰੀ ਇੱਕ ਨੂੰ ਵੀ ਦਿੱਤੀ ਆ, ਅਸੀਂ ਸਾਨੂੰ ਆ ਕੇ ਸਰਕਾਰ ਦੱਸੇ। ਇਹਦਾ ਮਤਲਬ ਉਹ ਜਿਹੜੇ ਬੰਦੇ ਪਬਲਿਕਲੀ ਖੜੇ ਹੋ ਕੇ ਦੱਸ ਰਹੇ ਉਹਨਾਂ ਦੇ ਕੁਛ ਨਾ ਕੁਛ ਗਿਲੇ ਸ਼ਿਕਵੇ, ਉਹ ਗੱਲਾਂ ਉਹਨਾਂ ਦੀਆਂ ਹੈਗੀਆਂ ਜਿਹੜੀਆਂ ਇਸ ਪਾਰਟੀ ਨੂੰ ਜੇ ਦਿੱਤੀਆਂ ਵੀ ਨੌਕਰੀਆਂ, ਤੇ ਜੇ ਇਹਦਾ ਮਤਲਬ ਕਿਤੇ ਨਾ ਕਿਤੇ ਤੇ ਕੁਝ ਲੋਕਾਂ ਦੇ ਅਜੇ ਵੀ ਗਿਲੇ ਸ਼ਿਕਵੇ ਹੈ, ਉਹਨੂੰ ਐਡਰੈਸ ਕਿਵੇਂ ਕਰਨਾ। ਰਹੀ ਗੱਲ ਕਿ ਅਸੀਂ ਪੈਸੇ ਲੈ ਕੇ ਨਹੀਂ ਕਰਦੇ ਜਾਂ ਹੋਰ ਕਿਸੇ ਕਿਸਮ ਦਾ ਨਹੀਂ ਕਰਦੇ, ਹਾਲ ਦੀ ਘੜੀ ਮੈਨੂੰ ਨਹੀਂ ਲੱਗਦਾ ਕਿ ਉਹ ਸਟੇਜ ਪਹੁੰਚੀ ਆ ਕਿ ਜਿੱਥੇ ਜਦੋਂ ਆਪਾਂ ਰੈਗੂਲਰ ਸਕੇਲ ਦੀ ਕੋਈ ਗੱਲ ਹੀ ਨਹੀਂ, ਕੋਈ ਰੈਗੂਲਰ ਜੌਬ ਹੈ ਹੀ ਨਹੀਂ। ਪੱਕੀ ਨੌਕਰੀ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕੋਈ ਕੱਢੂਗਾ ਨਹੀਂ। ਉਹ 10-10 15-15 ਸਾਲ ਪਹਿਲਾਂ ਨੌਕਰੀਆਂ ਕਰ ਚੁੱਕੇ ਆ, ਥੋੜੇ ਜਿਹੇ ਪੈਸੇ ਉਹਨਾਂ ਦੇ ਡਬਲ ਕਰ ਦਿੱਤੇ ਆ ਪਹਿਲਾਂ ਨਾਲੋਂ। ਉਹ ਇੱਕ ਠੇਕੇ ਦੇ ਹੈਗੇ ਆ ਕਿ ਜਿਨ੍ਹਾਂ ਨੂੰ ਫਿਕਸ ਅਮਾਉਂਟ ਕਰਤਾ, ਪਰ ਸਰਕਾਰ ਉਹਦੇ ਚ ਠੇਕੇਦਾਰ ਹੈਗੀ, ਇਸ ਕਰਕੇ ਉਹਨਾਂ ਦੀ ਜੌਬ ਨਹੀਂ ਗਰੰਟੀ। ਚਲੋ ਠੀਕ ਹੈ। ਚੇਤਨ ਜੋਸ਼ੀ ਕਾਂਗਰਸ ਨੇ ਤੁਹਾਡੇ ਸਵਾਲ ਦਾ ਜਵਾਬ ਦੇਤਾ। ਉਹ ਕਹਿੰਦੇ ਜਿਵੇਂ 2 ਕਰੋੜ ਨੌਕਰੀਆਂ ਤੁਸੀਂ ਲਾਰਾ ਲਾਇਆ ਸੀਗਾ ਉਵੇਂ ਹੁਣ ਪੰਜਾਬ 'ਚ ਲੱਗ ਰਿਹਾ। ਚੇਤਨ ਜੋਸ਼ੀ ਪਹਿਲੀ ਗੱਲ ਤੇ ਇਹ ਜਿਹੜੀ 15 ਲੱਖ ਵਾਲੀ ਗੱਲ ਕੀਤੀ, ਸਾਡੀ ਮੈਨੀਫੈਸਟੋ ਦਾ ਹਿੱਸਾ ਨਹੀਂ ਹੈਗਾ। ਇਹ ਸ਼ੁੱਧ ਕਰਨੇ ਸਾਡੀ ਸੋਚ ਸੀ, ਜਿਹੜੀਆਂ ਸੋਚ ਉਦਾਂ ਹੀ ਸੀ ਜਿੱਦਾਂ ਰਾਮ ਮੰਦਿਰ ਬਣਾਉਣ ਦੀ ਸੋਚ। ਚਲੋ 15 ਲੱਖ ਤੋਂ ਬਾਹਰ ਆ ਜਾਈਏ ਆਪਾਂ। 2 ਕਰੋੜ ਦਾ ਸਵਾਲ ਮੈਂ ਕੀਤਾ ਸੀਗਾ, 2 ਕਰੋੜ ਨੌਕਰੀ ਵਾਲਾ। 15 ਲੱਖ ਤੋਂ ਬਾਹਰ ਆ ਜਾਈਏ। ਅੱਛਾ, ਦੂਸਰੀ ਗੱਲ ਇਹ ਹੈ ਕਿ ਇਹ ਜਿਹੜੀਆਂ ਜੌਬਸ ਦੀ ਗੱਲ ਕਰਦੇ ਪਏ ਨਾ, ਜੌਬਸ ਕ੍ਰੀਏਟ ਕਰਨ ਵਾਸਤੇ ਜ਼ਰੂਰੀ ਨਹੀਂ ਕਿ ਜਿਹੜੀਆਂ ਸਰਕਾਰੀ ਹੁੰਦੀਆਂ ਨੇ ਉਹ ਹੀ ਨੌਕਰੀਆਂ। ਤੁਸੀਂ ਐਨਾਲਿਸਿਸ ਕੱਢ ਕੇ ਦੇਖ ਲਓ, 37 ਲੱਖ ਤੇ 72,000 ਜਾਂ 73,000 ਦੇ ਕਰੀਬ ਕੁਛ ਏਦਾਂ ਦੀਆਂ ਜਿਹੜੀਆਂ ਉਹ ਨੌਕਰੀਆਂ ਨੇ ਹਿੰਦੁਸਤਾਨ ਦੇ। ਪੈਸਾ ਵੀ ਤਕਰੀਬਨ ਜਾਣਦੇ ਨੇ, ਇੰਨਾ ਕੁ ਡਾਟਾ ਹੈਗਾ। ਜਿਹੜੀਆਂ ਕੁਝ ਕਲਾਸ ਨੌਕਰੀਆਂ ਹੁੰਦੀਆਂ, ਜੌਬਸ ਕ੍ਰੀਏਟ ਕਰਨ ਵਾਸਤੇ ਸਾਨੂੰ ਜਦੋਂ ਪ੍ਰਾਈਵੇਟ ਐਂਡ ਪਬਲਿਕ ਸੈਕਟਰ ਦੇ ਵਿੱਚ ਜਾਣਾ ਪੈਂਦਾ, ਔਰ ਪ੍ਰਾਈਵੇਟ ਔਰ ਪਬਲਿਕ ਸੈਕਟਰ ਜਦੋਂ ਮਿਲ ਕੇ ਕੰਮ ਕਰਦਾ ਆਪਸ ਦੇ ਵਿੱਚ, ਜੌਬਸ ਕ੍ਰੀਏਟ ਹੁੰਦੀਆਂ। ਪਬਲਿਕ ਸੈਕਟਰ ਹੈਗਾ ਚੇਤਨ ਜੋਸ਼ੀ, ਪਬਲਿਕ ਸੈਕਟਰ ਹੈਗਾ? ਬਿਲਕੁਲ ਹੈਗਾ, ਬਿਲਕੁਲ ਹੈਗਾ, ਕਈ ਥਾਵਾਂ ਤੇ ਹੈਗਾ। 2 ਲੱਖ ਜੌਬ ਜਿਹੜੀਆਂ ਖੁੱਸ ਗਈਆਂ ਪਬਲਿਕ ਸੈਕਟਰ ਚੋਂ, ਇਹ ਅਜੇ ਪਰਸੋਂ ਦੀ ਰਿਪੋਰਟ ਹੈ। ਦੇਖੋ, ਖੁੱਸ ਗਈਆਂ, ਭਰੀਆਂ ਵੀ ਜਾਂਦੀਆਂ ਹੁੰਦੀਆਂ, ਇੱਕ ਵਕਤ ਲੱਗਦਾ ਹੁੰਦਾ। ਨਹੀਂ ਪਬਲਿਕ ਸੈਕਟਰ ਵਿੱਚ ਤਾਂ ਪ੍ਰਾਈਵੇਟ ਕਰਤਾ। ਮੈਂ ਉਹੀ ਤਾਂ ਪੁੱਛ ਰਿਹਾ, ਇਹਦਾ ਜੌਬ ਕ੍ਰੀਏਸ਼ਨ ਤਾਂ ਹੀ ਬੰਦ ਕਰਤੀ ਹੈ। ਜਿਹਦੇ ਵਿੱਚ ਕੰਟਰੀਬਿਊਸ਼ਨ ਹੁੰਦੀ ਹੈ, ਸ਼ੇਅਰ ਹੋਲਡਿੰਗ ਹੁੰਦੀ ਹੈ, ਪਬਲਿਕ ਦੀ ਕਿੰਨੀ, ਪ੍ਰਾਈਵੇਟ ਦੀ ਕਿੰਨੀ, ਉਹ ਸਾਰੀਆਂ ਨਹੀਂ ਕੱਢੀਆਂ ਗਈਆਂ। ਹਾਂ, ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਤੁਸੀਂ ਜੋ ਕਿਹਾ ਬਿਲਕੁਲ ਸਹੀ ਕਿਹਾ ਕਿ 2 ਲੱਖ ਨੌਕਰੀਆਂ ਖੁੱਸ ਗਈਆਂ, ਲੇਕਿਨ ਉਹਦੇ ਐਵਰੇਜ ਦੇ ਵਿੱਚ ਜਦੋਂ ਤੁਸੀਂ ਇੱਕ ਆਲਟਰਨੇਟਿਵ ਡਾਇਗਨਲ ਤੇ ਤੁਰਦੇ ਹੋ, ਇਦਾਂ ਤਾਂ ਹੁੰਦਾ ਨਹੀਂ ਕਿ ਰੁਜ਼ਗਾਰ ਜਨਰੇਟ ਨਾ ਕੀਤਾ ਜਾਵੇ। ਤੇ ਇੰਨੇ ਕਰੋੜਾਂ ਬੱਚੇ ਹਰ ਸਾਲ ਆਪਣੀਆਂ ਪੜ੍ਹਾਈਆਂ, ਆਪਣੀ ਐਜੂਕੇਸ਼ਨ ਕੰਪਲੀਟ ਕਰਦੇ ਨੇ, ਕਿਤੇ ਨਾ ਕਿਤੇ ਤੇ ਐਡਜਸਟ ਹੁੰਦੇ। ਜੇ ਅਸੀਂ ਕਹਿ ਦਿੰਦੇ ਨਾ ਕਿ ਬਾਹਰ ਜਾ ਰਹੇ, ਬਾਹਰ ਵੀ ਕੁਝ ਇੱਕ ਲਿਮਿਟ ਦੇ ਵਿੱਚ ਜਾਂਦੇ ਨੇ ਬੱਚੇ। ਸੋ ਕਿਤੇ ਨਾ ਕਿਤੇ ਜੌਬਸ ਕ੍ਰੀਏਟ ਹੁੰਦੀਆਂ ਨੇ, ਚਾਹੇ ਪ੍ਰਾਈਵੇਟ ਸੈਕਟਰ ਦਾ ਸਹਾਰਾ ਲਿਆ ਜਾਵੇ, ਚਾਹੇ ਕਾਰਪੋਰੇਟ ਸੈਕਟਰ ਦਾ ਸਹਾਰਾ ਲਿਆ ਜਾਵੇ, ਚਾਹੇ ਵੱਖ-ਵੱਖ ਇੰਸਟੀਚਿਊਟ ਦੇ ਵਿੱਚ ਮੇਲੇ ਲਾਏ ਜਾਣ, ਚਾਹੇ ਕਾਰ ਰਲ ਕੇ ਲਾਵੇ, ਚਾਹੇ ਪ੍ਰਾਈਵੇਟ ਲਾਵੇ। ਦੇਖੋ, ਗੱਲ ਹੈਗੀ ਇਹ ਆ, ਜਿਸ ਗੱਲ ਦੇ ਉੱਤੇ ਇਹਨਾਂ ਨੇ ਗੱਲ ਕੀਤੀ ਸੀਗੀ ਭਾਰਤੀ ਜੀ ਹੁਣੀ ਦੁਬਾਰਾ ਹੁਣ ਸੱਤਾ ਦੇ ਵਿੱਚ ਆਉਣ ਦਾ ਚਾਂਸ ਤੇ ਨਜ਼ਰ ਆ ਨਹੀਂ ਰਿਹਾ ਕਾਂਗਰਸ। ਔਰ ਇਹ ਜਿੱਦਾਂ ਦੀ ਗੱਲਾਂ ਕਰਦੇ ਪਏ ਨੇ, ਅੱਜ ਇਹ ਚੀਜ਼ਾਂ ਵਿਕੀਆਂ ਨੇ ਤੇ ਉਹਦੇ ਵਿੱਚ ਕਰਪਸ਼ਨਾਂ ਕਿਹਨਾਂ ਨੇ ਕੀਤੀਆਂ? ਕਾਂਗਰਸ ਸਰਕਾਰ ਨੇ ਕੀਤੀਆਂ। ਤੁਸੀਂ ਦੇਖੋ, ਜਿੰਨੇ ਘੁਟਾਲੇ ਕੀਤੇ ਗਏ ਨੇ ਕਿੰਨਾ ਦੌਰਾਨ ਹੋਏ ਨੇ। ਨਹੀਂ, ਜੋ ਸੀਐਮ ਨੇ ਕਿਹਾ ਸੀਗਾ ਮਿਸਟਰ ਚੰਨੀ ਬਾਰੇ, ਤੁਸੀਂ ਉਹ ਇਸ਼ਾਰਾ ਕਰ ਰਹੇ ਹੋ? ਨਹੀਂ, ਦੇਖੋ, ਚੰਨੀ ਸਾਹਿਬ ਦੀਆਂ ਆਪਣੀਆਂ ਮਾਨਤਾਵਾਂ ਸੀ, ਉਹਨਾਂ ਨੂੰ ਵਕਤ ਘੱਟ ਮਿਲਿਆ। ਸਾਰਾ ਦੋਸ਼ ਉਹਨਾਂ ਤੇ ਨਹੀਂ ਦਿੱਤਾ ਜਾ ਸਕਦਾ। ਹਾਂ, ਉਹਨਾਂ ਕੋਲ ਇੰਨਾ ਵਕਤ ਸੀਗਾ ਕਿ ਜੇ ਟਾਈਮ ਸਿਰ ਉਹ ਗਵਰਨਰ ਹਾਊਸ ਦੇ ਵਿੱਚ ਫਾਈਲ ਸਹੀ ਤਰੀਕੇ ਸਿਰ ਪਹੁੰਚਾ ਦਿੰਦੇ, ਤੇ ਜਿਹੜੀ 30,000 ਨੌਕਰੀਆਂ ਦੀ ਉਦੋਂ ਉਹਨਾਂ ਨੇ ਗੱਲ ਕੀਤੀ। ਚਲੋ ਚੇਤਨ ਜੋਸ਼ੀ, ਇੱਕ ਸਵਾਲ ਦਾ ਜਵਾਬ ਦੇ ਦਿਓ, ਫਿਰ ਮੈਂ ਅਕਾਲੀ ਦਲ ਤੋਂ ਸਵਾਲ ਕਰਨਾ ਹੈ। ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ, ਮਿਸਟਰ ਬੱਬੀ ਬਾਦਲ ਨੇ ਇਲਜ਼ਾਮ ਲਾਇਆ ਕਿ ਕਰਪਸ਼ਨ ਤੋਂ ਬਿਨਾਂ ਨੌਕਰੀਆਂ ਨਹੀਂ ਮਿਲਦੀਆਂ ਸੀਗੀਆਂ। ਚੇਤਨ ਜੋਸ਼ੀ, ਅਕਾਲੀ ਦਲ ਤੋਂ ਮੈਂ ਵੱਖਰਾ ਜਵਾਬ ਲੈ ਲੂੰਗਾ। ਇਦਾਂ ਸੀ? ਬੱਬੀ ਬਾਦਲ ਠੀਕ ਕਰ ਰਹੇ? ਦੇਖੋ, ਬੱਬੀ ਬਾਦਲ ਜੀ ਉਸ ਟਾਈਮ ਅਕਾਲੀ ਦਲ ਦੇ ਵਿੱਚ ਸੀਗੇ, ਤੇ ਇਹਨਾਂ ਨੇ ਜੇ ਦਿੱਤੀਆਂ ਹੋਣਗੀਆਂ ਨੌਕਰੀਆਂ ਉਸ ਟਾਈਮ, ਮੈਂ ਕੁਝ ਕਹਿ ਨਹੀਂ ਸਕਦਾ। ਚਲੋ, ਮੈਂ ਇਸੇ ਲਈ ਪੁੱਛ ਰਿਹਾ ਸੀ। ਮੈਂ ਆ ਰਿਹਾ, ਵਾਪਸ ਆ ਰਿਹਾ। ਮਿਸਟਰ ਢਿੱਲੋਂ, ਮੈਂ ਸਮਝਦਾ ਮਿਸਟਰ ਜੋਸ਼ੀ, ਮੈਂ ਸਮਝ ਗਿਆ। ਇੱਕ ਮਿੰਟ ਮਿਸਟਰ ਬੱਬੀ ਬਾਦਲ, ਇੱਕ ਮਿੰਟ ਰੁਕ ਜਾਓ। ਬੱਬੀ ਬਾਦਲ ਇੱਕ ਮਿੰਟ ਰੁਕ ਜਾਓ। ਕਨੈਕਟ ਕਰੋ ਕਿ ਲੰਬੀ ਹਲਕੇ ਚੋਂ ਕਿੰਨੇ ਮੁੰਡੇ ਪੁਲਿਸ 'ਚ ਭਰਤੀ ਹੋਏ। ਬੱਬੀ ਬਾਦਲ ਇੱਕ ਮਿੰਟ ਰੁਕ ਜਾਓ, ਮੈਂ ਸਵਾਲ ਲੈ ਰਿਹਾ ਤੁਹਾਡਾ। ਬੱਬੀ ਬਾਦਲ, ਸਵਾਲ ਤੁਹਾਡਾ ਲੈ ਰਿਹਾ। ਮਿਸਟਰ ਢਿੱਲੋਂ, ਇਹ ਕਹਿੰਦੇ ਵੀ ਲੰਬੀ ਹਲਕੇ ਦੇ ਇਕੱਲਾ ਡਾਟਾ ਕੱਢ ਲਓ, ਪਤਾ ਲੱਗ ਜੂਗਾ ਕਿਵੇਂ ਨੌਕਰੀਆਂ ਮਿਲਦੀਆਂ ਸੀ। ਢਿੱਲੋਂ ਸਾਹਿਬ, ਵੇਖੋ, ਪਹਿਲੀ ਗੱਲ ਤਾਂ ਬਾਦਲ ਸਾਹਿਬ ਜਿਹੜੇ ਬੱਬੀ ਬਾਦਲ ਜੀ ਨੇ, ਸਾਡੇ ਸਤਿਕਾਰਯੋਗ ਨੇ, ਵੀ ਸਰਕਾਰ ਦਾ ਹਿੱਸਾ ਸੀ। ਇਹ ਬਿਲਕੁਲ ਮਨਘੜਤ ਗੱਲਾਂ ਨੇ। ਅਕਾਲੀ ਸਰਕਾਰ ਨੇ
ਬਿਲਕੁਲ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ। ਦੂਜੀ ਗੱਲ ਹੁਣ ਮੈਂ ਇਹਨਾਂ ਤੇ ਆ ਜਾਂ ਵੀ ਇਹ ਕਹਿ ਰਹੇ ਸਾਰੀ ਲੰਬੀ ਤੋਂ ਹੀ ਬੰਦੀ ਸੀ, ਨਹੀਂ ਉਹਨਾਂ ਦਾ ਸਵਾਲ ਹੀ ਹੈ ਨਾ ਮੈਰਿਟ ਵੇਖੋ, ਮੈਰਿਟ ਸਾਰੇ ਪੰਜਾਬ ਲਈ ਬਣ ਜੀ। ਮੈਂ ਦੱਸਦਾ ਨਾ, ਮੈਨੂੰ ਜੇਪੀ ਜੀ ਗੱਲ ਪੂਰੀ ਕਰ ਲੈਣ ਦਿਓ। ਵੇਖੋ ਇਹ ਆਖਰੇ ਵੀ ਬਿਨਾਂ ਸਿਫਾਰਿਸ਼ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੌਕਰੀ ਦੇ ਰਹੀ ਹੈ। ਤੁਹਾਨੂੰ ਯਾਦ ਹੋਏਗਾ ਜਲੰਧਰ ਇਲੈਕਸ਼ਨ ਦੇ ਦੌਰਾਨ ਇਹਨਾਂ ਦੇ ਜਿਹੜੇ ਮੰਤਰੀ ਹੈ ਉਦੋਂ ਐਮਐਲਏ ਸੀ ਬਲਕਾਰ ਸਿੰਘ ਜੀ, ਉਹਨਾਂ ਦੇ ਬੇਟੇ ਦੇ ਕਿਵੇਂ ਜਾਲੀ ਸਰਟੀਫਿਕੇਟ ਬਣਾ ਕੇ ਤੇ ਨੌਕਰੀ ਵਾਸਤੇ ਟਰਾਈ ਕਰ ਰਹੇ ਸੀ। ਮਜੀਠੀਆ ਸਾਹਿਬ ਨੇ ਸਾਰਾ ਮੀਡੀਆ ਦੇ ਵਿੱਚ ਆ ਕੇ ਨਸ਼ਰ ਕੀਤਾ ਸੀ। ਉਸ ਤੋਂ ਅੱਗੇ ਆ ਜਾਓ, ਲੁਧਿਆਣਾ ਨਾਰਥ ਤੋਂ ਇਹਨਾਂ ਦੇ ਐਮਐਲਏ ਨੇ ਮਦਨ ਲਾਲ ਬੰਗਾ ਜੀ, ਉਹਨਾਂ ਨੇ ਆਪਣੇ ਬੇਟੇ ਨੂੰ ਨਗਰ ਨਿਗਮ ਹੈ ਜਿਹੜੀ ਲੁਧਿਆਣੇ ਦੀ, ਉਹਦੇ 'ਚ ਬਤੌਰ ਕਾਨੂੰਨੀ ਸਲਾਹਕਾਰ ਉਹਦੀ ਅਪਾਇੰਟਮੈਂਟ ਦੀ ਸਾਰੀ ਕੋਸ਼ਿਸ਼ ਕੀਤੀ। ਈਵਨ ਕਿ ਉਹਨਾਂ ਨੂੰ ਜ਼ੋਨ ਏ 'ਚ 45 ਨੰਬਰ ਕਮਰਾ ਵੀ ਅਲਾਟ ਹੋ ਗਿਆ। ਮਤਲਬ ਵੇਖੋ, ਜੇ ਵੇਖੋ ਫਿਰ ਇਹਨਾਂ ਦੇ ਜਿਹੜੇ ਵਿਧਾਇਕ ਹੈ ਗੋਲਡੀ ਕੰਬੋਜ, ਸੁਣਨ 'ਚ ਤੇ ਵੀ ਆ ਰਿਹਾ ਵੀ ਜਿਹੜੇ ਉਹਨਾਂ ਦੇ ਪਿਤਾ ਜੀ ਰਿਸ਼ਵਤ ਲੈ ਰਹੇ ਸੀ ਉਹ ਨੌਕਰੀ ਵਾਸਤੇ ਲੈ ਰਹੇ ਸੀ। ਸੋ ਇਹ ਬਿਲਕੁਲ ਮਨ ਘੜਤ ਗੱਲਾਂ ਨੇ। ਜਿਹੜੇ ਆਮ ਆਦਮੀ ਪਾਰਟੀ ਹੈ ਇਹਦੀ ਸਿਰਫ ਤੇ ਸਿਰਫ ਜਿਹੜੀ ਝੂਠ ਦੀ ਬੁਨਿਆਦ ਹੈ। ਆਪਾਂ ਇਹ ਸਮਝੀਏ ਵੀ ਕਰਪਸ਼ਨ ਫਰੀ ਨਾ ਤਾਂ ਪਹਿਲਾਂ ਨੌਕਰੀ ਮਿਲਦੀ ਸੀ ਨਾ ਹੁਣ ਮਿਲਦੀ ਪਈ, ਇਹੀ ਕਹਿਣਾ ਚਾਹ ਰਹੇ ਹੋ? ਨਹੀਂ, ਪਹਿਲਾਂ ਮੇਰੀ ਗੱਲ ਸੁਣੋ, ਇਹਨਾਂ ਨੇ ਤਾਂ ਕੱਲਾ ਸਰਟੀਫਿਕੇਟ ਦੇ ਦਈਏ ਸਾਰੇ ਜਣੇ। ਨਹੀਂ, ਵੇਖੋ ਇਹਨਾਂ ਨੇ ਲੰਬੀ ਹਲਕੇ ਦਾ ਨਾਂ ਲਿਆ। ਲੰਬੀ ਹਲਕੇ ਦੇ ਵਿੱਚ ਵਧੀਆ ਇੰਸਟੀਚਿਊਟ ਨੇ, ਜਾਂ ਹੁਣ ਮੰਨ ਲਓ ਜਲਾਲਾਬਾਦ, ਫਾਜ਼ਿਲਕਾ, ਅਬੋਹਰ ਏਰੀਆ ਸਭ ਤੋਂ ਵੱਧ, ਫਾਜ਼ਿਲਕਾ ਏਰੀਆ ਵੱਧ ਲੈ ਰਿਹਾ ਨੌਕਰੀਆਂ। ਤੁਸੀਂ ਕਿਤੇ ਵੀ ਕੱਢ ਲਓ, ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਜਿਹੜੇ ਉੱਥੇ ਮਿਹਨਤ ਕਰਨ ਵਾਲੇ ਜਾਂ ਇੰਸਟੀਟਿਊਸ਼ਨ ਚੰਗੀ ਹੈ, ਇਸ ਕਰਕੇ ਉਸ ਵਿਕਾਸ ਦੇ ਦਮ ਤੇ, ਉਸ ਇੰਸਟੀਟਿਊਸ਼ਨ ਦੇ ਦਮ ਤੇ ਨੌਕਰੀਆਂ ਮਿਲੀਆਂ, ਚ ਕੋਈ ਘਟਾਲਾ ਨਹੀਂ, ਇਹੀ ਕਹਿ ਰਹੇ ਹੋ? ਬਿਲਕੁਲ। ਵੇਖੋ ਮੈਂ ਇਹਨਾਂ ਦੀ ਗੱਲ ਦਾ ਇਹਨਾਂ ਨੂੰ ਜਵਾਬ ਦੇਤਾ ਵੀ ਇਹਨਾਂ ਦੇ ਵਿਧਾਇਕ ਤਾਂ ਖੁਦ ਵੇਖੋ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਇਲਜ਼ਾਮ ਬਹੁਤ ਲੱਗਦੇ ਹੈਗੇ ਆ ਤੇ ਇਲਜ਼ਾਮਾਂ ਵਾਲੀ ਡਿਬੇਟ ਅਸੀਂ ਰੋਜ਼ ਕਰਦੇ ਆ। ਤੇ ਹੁਣ ਸਵਾਲ ਹੈ ਕਿ ਮੋਤੀਆਂ ਵਾਲੀ ਸਰਕਾਰ ਹੁੰਦੀ ਸੀ, ਹੁਣ ਕਹਿੰਦੇ ਨੌਕਰੀਆਂ ਵਾਲੀ ਸਰਕਾਰ ਹੈਗੀ ਆ। ਸਰਕਾਰ ਇਹ ਦਾਅਵਾ ਕਰਦੀ ਹੈ, ਆਪੋਜੀਸ਼ਨ ਕੋਈ ਹੋਰ ਸਵਾਲ ਖੜੇ ਕਰਦੀ ਹੈ। ਜਿਹੜੇ ਸਵਾਲ ਆਪੋਜੀਸ਼ਨ ਦੇ ਆ ਉਹ ਵੀ ਲਵਾਂਗੇ ਜ਼ਰੂਰ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਆਪ ਸਰਕਾਰ ਵੱਲੋਂ ਤਕਰੀਬਨ 30,000 ਸਰਕਾਰੀ ਨੌਕਰੀਆਂ ਦੇ ਦਾਅਵਿਆਂ ਦੀ ਗਰਾਊਂਡ ਰਿਪੋਰਟ ਕੀ ਹੈ? ਬੱਬੀ ਬਾਦਲ ਜੀ, ਵੈਸੇ ਸਾਡੇ ਕੋਲੇ ਬਹੁਤ ਇਹੋ ਜਿਹੇ ਡਾਟਾਸ ਆ ਰਹੇ ਆ ਕਿ ਕਾਰਪੋਰੇਟ ਸੈਕਟਰ ਵਿੱਚ ਬਹੁਤ ਵੱਡੀ ਪੱਧਰ ਤੇ ਨੌਕਰੀਆਂ ਜਾ ਰਹੀਆਂ। ਜੇ ਅਸੀਂ ਗਲੋਬਲੀ ਡਿਬੇਟ ਕਰਨੀ ਹੈ ਤਾਂ ਬੱਬੀ ਬਾਦਲ, ਪਰ ਸਵਾਲ ਇਹ ਜਿਹੜੇ ਇਹਨਾਂ ਨੇ ਨਾਮ ਲਏ ਆ, ਮੈਨੂੰ ਨਹੀਂ ਪਤਾ ਉਹ ਨਾਮ ਸਹੀ ਹੈ ਕਿ ਗਲਤ ਹੈ, ਤੁਸੀਂ ਜਸਟੀਫਾਈ ਕਰਨੇ ਆ। ਬਲਕਾਰ ਸਿੰਘ, ਇੱਕ ਮਦਨ ਲਾਲ ਬੱਗਾ, ਇਹਦਾ ਜਵਾਬ ਦੇਣਾ ਚਾਹੁੰਦੇ ਹੋ ਬੱਬੀ ਬਾਦਲ? ਅਕਾਲੀ ਦਲ ਨੇ ਇਲਜ਼ਾਮ ਲਾਇਆ, ਤੁਸੀਂ ਲੰਬੀ ਹਲਕੇ ਦੇ ਸਵਾਲ ਚੁੱਕੇ। ਹਾਂਜੀ ਕੇਪੀ ਜੀ, ਮੈਂ ਇਹਨਾਂ ਦੀ ਗੱਲ ਸੁਣ ਰਿਹਾ ਸੀ ਔਰ ਇਹਨਾਂ ਦੀ ਗੱਲ ਵਿੱਚ ਇਹ ਹੋਇਆ ਕਿ ਟਰਾਈ ਕਰ ਰਹੇ ਸੀ, ਕੋਸ਼ਿਸ਼ਾਂ ਕਰ ਰਹੇ ਸੀ। ਮਤਲਬ ਅਜੇ ਤੱਕ ਇਹ ਨਹੀਂ ਹੋਇਆ ਕਿ ਉਹਨਾਂ ਨੇ ਲੈ ਲਈ। ਜਿਵੇਂ ਕਿ ਕੈਪਟਨ ਸਾਹਿਬ ਨੇ 2 ਐਮਐਲਏਆਂ ਦੇ ਜਵਾਕਾਂ ਨੂੰ ਨੌਕਰੀ ਦੇ ਦਿੱਤੀ, ਇੱਕ ਐਮਪੀ ਦੇ ਭਰਾ ਨੂੰ ਡੀਐਸਪੀ ਬਣਾ ਦਿੱਤਾ। ਉਵੇਂ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਟਰਾਈ ਕਰ ਰਹੇ ਸੀ, ਨਸ਼ਰ ਕੀਤਾ ਜੀ। ਟਰਾਈ ਕਰਨ ਦੇ ਵਿੱਚ ਤੇ ਲੱਗਣ ਦੇ ਵਿੱਚ ਤਾਂ ਬੜਾ ਫਰਕ ਹੁੰਦਾ ਹੈ। ਬੱਬੀ ਬਾਦਲ, ਜੇ ਤੁਸੀਂ ਕਹਿ ਰਹੇ ਹੋ ਟਰਾਈ ਕਰ ਰਹੇ ਸੀ, ਇਹ ਕਹਿ ਰਹੇ ਇਲਜ਼ਾਮ ਲਾ ਰਹੇ ਆ, ਉਹ ਟਰਾਈ ਨੂੰ ਸਰ ਜਸਟੀਫਾਈ ਕਰਦੇ ਤੁਸੀਂ? ਨਹੀਂ, ਮੈਂ ਕਹਿੰਦਾ ਟਰਾਈ ਕਰ ਹੀ ਨਹੀਂ ਸੀ ਰਹੇ। ਜਾਂ ਤਾਂ ਕੋਈ ਗਲਤੀ ਕਰਦਾ ਜਾਂ ਗਲਤੀ ਨਹੀਂ ਕਰਦਾ। ਟਰਾਈ ਕਰਨ ਦਾ ਕੀ ਮਤਲਬ ਹੁੰਦਾ? ਜਦੋਂ ਕੋਈ ਆਪਣੀ ਗਲਤੀ ਹੁੰਦੀ ਹੈ, ਕੋਈ ਬੰਦਾ ਫੜ ਲੇ ਉਹਨੂੰ ਔਰ ਮੀਡੀਆ ਵਿੱਚ ਲਿਆ ਕੇ ਕਵੇ ਕਿ ਆਹ ਦੇਖੋ ਜੀ ਇੱਥੇ ਗਲਤ ਹੋਇਆ, ਟਰਾਈ ਕਰਨ ਦਾ ਮਤਲਬ ਕੀ ਹੈ? ਤੁਸੀਂ ਇਹ ਗੱਲਾਂ ਦਾ ਮਤਲਬ ਇੱਕੋ ਹੀ ਹੈ ਕਿ ਕੋਈ ਠੋਸ ਗੱਲ ਨਹੀਂ ਨਾ ਆ ਰਹੀ ਸਰਕਾਰ ਦੇ ਖਿਲਾਫ। ਕੋਈ ਠੋਸ ਇੰਨੀਆਂ ਨੌਕਰੀਆਂ 29,684 ਨੌਕਰੀਆਂ ਵਿੱਚੋਂ ਹੱਥ ਖੜਾ ਕਰਕੇ ਇੱਕ ਬੰਦਾ ਕਵੇ ਕਿ ਮੈਂ ਤਾਂ ਜੀ ਪੈਸੇ ਦੇ ਕੇ ਭਰਤੀ ਹੋਇਆ। ਕੋਈ ਬੰਦਾ ਕਵੇ ਵੀ ਆਹ ਮੁੰਡਾ ਸਿਫਾਰਸ਼ੀ ਭਰਤੀ ਹੋਇਆ। ਨਹੀਂ ਬੱਬੀ ਬਾਦਲ, ਜਿਹੜਾ ਸਵਾਲ ਤੁਸੀਂ ਚੱਕਦੇ ਪਏ ਨਾ ਵੀ ਕੋਈ ਇੱਕ ਬੰਦਾ ਖੜਾ ਹੋ ਕੇ ਕਹਿ ਦੇ ਪੈਸੇ ਦੇ ਕੇ ਭਰਤੀ ਹੋਇਆ, ਤਾਂ ਤੇ ਕਾਂਗਰਸ ਇਹ ਸਵਾਲ ਖੜਾ ਕਰਦੀ ਪਈ ਹੈ ਕਿ ਤੁਸੀਂ ਸਟੇਸ਼ਨ ਨਹੀਂ ਅਲਾਟ ਕਰਦੇ, ਪੈਸਾ ਤਾਂ ਉਹਨਾਂ ਨੂੰ ਮਿਲਦਾ ਨਹੀਂ ਪਿਆ ਜਿਹੜਾ ਉਹਨਾਂ ਦਾ ਹੱਕ ਬਣਦਾ ਪਿਆ। ਫਿਰ ਸਵਾਲ ਕਿੱਥੇ ਖੜਾ ਕਰੀਏ? ਸਟੇਸ਼ਨ ਤਾਂ ਜੀ ਅਲਾਟ ਹੋ, ਕੇਪੀ ਜੀ ਸਟੇਸ਼ਨ ਤਾਂ ਅਲਾਟ ਹੋ ਜਾਣਗੇ, ਕੁਝ ਦਿਨਾਂ ਦੀ ਗੱਲ ਹੈ। ਮੈਨੂੰ ਇਹ ਇੱਕ ਟੈਕਨੀਕਲ ਗੱਲ ਦੇ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਹੋ। ਮੈਂ ਤੁਹਾਨੂੰ ਸਰ ਟੈਕਨੀਕਲੀ ਤਾਂ ਕਹਿ ਰਹੇ ਬੱਬੀ ਬਾਦਲ, ਇਹ ਟੈਕਨੀਕਲੀ ਹੈ ਨਾ, ਤੁਸੀਂ ਡਾਟਾ ਦਿੱਤਾ ਤੇ ਫਿਰ ਟੈਕਨੀਕਲ ਸਵਾਲ ਤਾਂ ਆਉਣਗੇ ਨਾ ਸਰ। ਨਹੀਂ, ਮੇਰੀ ਬੇਨਤੀ ਇਹ ਹੈ ਜਿਹੜੀ ਸਿਲੈਕਸ਼ਨ ਹੋਈ ਹੈ ਇਮਾਨਦਾਰੀ ਨਾਲ ਹੋਈ ਹੈ,
ਜੇ ਸਟੇਸ਼ਨ ਦੇਣ 'ਚ ਦੇਰੀ ਹੋਗੀ ਤਾਂ ਕੋਈ ਵੱਡਾ ਪਾਪ ਨਹੀਂ ਹੋ ਗਿਆ, ਚਲੋ ਕੋਈ ਪ੍ਰੋਬਲਮ ਜਿਹੜਾ ਉਹਨਾਂ ਨਹੀਂ ਨੂੰ ਆਉਣੀ ਨੁਕਸਾਨ ਇਸ ਗੱਲ ਹੋਇਆ ਦੇ ਵਿੱਚ। ਉਹਨੇ ਮਹੀਨਿਆਂ ਦਾ ਉਹਨੇ ਦਿਨਾਂ ਦਾ ਉਹ ਸਰ ਭਰਪਾਈ ਕਰੋਗੇ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਮਾਨਦਾਰ ਨੀਅਤ ਨਾਲ ਸਰਕਾਰ ਕੰਮ ਕਰ ਰਹੀ ਹੈ। ਤੁਸੀਂ ਜਿਵੇਂ ਪ੍ਰੋਫੈਸਰ ਸਾਹਿਬ ਮਨਜੀਤ ਸਿੰਘ ਜੀ ਨੇ ਦੱਸਿਆ ਕਿ ਨਾਇਬ ਤਹਿਸੀਲਦਾਰਾਂ ਦੀ ਇੱਕ ਲਿਸਟ ਵਿਜੀਲੈਂਸ ਨੇ ਦਿੱਤੀ ਹੈ, ਉਹ ਲਿਸਟ ਮੰਗਵਾਈ ਕਿਹਨੇ ਹੈ? ਉਹ ਮੁੱਖ ਮੰਤਰੀ ਜੀ ਨੇ ਮੰਗਵਾਈ ਹੈ। ਮੁੱਖ ਮੰਤਰੀ ਜੀ ਨੂੰ ਆਪਣੇ ਮਨ ਨੂੰ ਇਹ ਹੈ ਕਿ ਕਰਪਸ਼ਨ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਪਾਲਿਸੀ ਰੱਖਣੀ ਹੈ। ਚਲੋ ਇਹ ਮੁੱਖ ਮੰਤਰੀ ਜੀ ਚਾਹੁੰਦੇ ਹੈ ਤਾਂ ਹੀ ਕੋਈ ਲਿਸਟ ਬਣ ਕੇ ਆਉਂਦੀ ਠੀਕ ਹੈ ਬੱਬੀ ਬਾਦਲ, ਇੱਕ ਮਿੰਟ ਰੁਕ ਜਾਓ, ਇੱਕ ਮਿੰਟ ਰੁਕ ਜਾਓ। ਰਣਵੀਰ ਸਿੰਘ ਢਿੱਲੋਂ ਉਹਨਾਂ ਨੇ ਤੁਹਾਡੇ ਸਵਾਲ ਦਾ ਜਵਾਬ ਦਿੱਤਾ, ਉਹ ਕਹਿੰਦੇ ਤੁਹਾਡੇ ਕੋਲ ਕੋਈ ਠੋਸ ਸਵਾਲ ਨਹੀਂ ਹੈਗਾ, ਹੁਣ ਤੁਸੀਂ ਆ ਛੋਟੇ-ਮੋਟੇ ਮੁੱਦੇ ਚੱਕਦੇ ਪਿਓ। ਵੇਖੋ ਮੈਂ ਤਾਂ ਤੁਹਾਨੂੰ ਦੱਸੀ ਜਾਣਾ, ਇਹਨਾਂ ਦੇ ਉਸ ਇਲੈਕਸ਼ਨ ਦੇ ਦੌਰਾਨ ਮਜੀਠੀਆ ਸਾਹਿਬ ਨੇ ਵਿਦ ਪ੍ਰੂਫ ਸਾਰੀਆਂ ਚੀਜ਼ਾਂ ਨੂੰ ਨੰਗਿਆਂ ਕੀਤਾ ਸੀ, ਬਲਕਾਰ ਸਿੰਘ ਜਿਵੇਂ ਕਰਾ ਰਹੇ ਸੀ ਕੋਸ਼ਿਸ਼। ਦੂਜੀ ਗੱਲ ਹੈ ਜਿਹੜੀ ਮੈਂ ਤਾਂ ਤੁਹਾਨੂੰ ਜਿਹੜਾ ਆਪਣਾ ਮਦਨ ਲਾਲ ਬੰਗਾ ਜੀ ਨੇ ਆਪਦੇ ਮੁੰਡੇ ਨੂੰ ਜਿਹੜਾ ਜ਼ੋਨ ਏ ਦਾ ਜਿਹੜਾ 45 ਨੰਬਰ ਕਮਰਾ ਵੀ ਲੋਟ ਹੋ ਗਿਆ, ਮੈਂ ਤੁਹਾਨੂੰ ਜਾਣ ਤੋਂ ਬਾਅਦ ਆ ਸਾਰਾ ਮੋਬਾਈਲ ਦੇ ਵਿੱਚ ਮੇਰੇ ਸਾਰੀ ਐਪਲੀਕੇਸ਼ਨ ਵੀ ਉਹ ਵੀ ਦੇ ਜੂੰਗਾ। ਬਾਕੀ ਗੱਲ ਰਹੀ ਇਮਾਨਦਾਰੀ ਦੀ ਗੱਲ ਕਰਦੀ ਤਾਂ ਆਮ ਆਦਮੀ ਪਾਰਟੀ ਵੈਸੇ ਨਹੀਂ ਚੰਗੀ ਲੱਗਦੀ। ਕਿੱਥੇ ਫੌਜਾ ਸਿੰਘ ਸਰਾਰੀ ਵਰਗੇ, ਕਿੱਥੇ ਵਿਜੇ ਸਿੰਗਲਾ ਜੀ, ਕਿੱਥੇ ਅਮਿਤ ਰਤਨ ਜੀ, ਇਹ ਗੱਲਾਂ ਇਮਾਨਦਾਰ ਮਨੀਸ਼ ਸਿਸੋਦੀਆ ਜੀ, ਇਮਾਨਦਾਰੀ ਦੀ ਗੱਲ ਤਾਂ ਇਹਨਾਂ ਦੇ ਮੂੰਹ ਵੈਸੇ ਨਹੀਂ ਫੱਬਦੀ। ਦੂਜੀ ਗੱਲ ਇਹਨਾਂ ਨੇ ਜਿਹੜੀ ਕਹੀ ਹੈ ਕਿ ਕੋਈ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਿ ਦੇ ਵੀ ਜਿਹੜੀ ਅਸੀਂ 29,000 ਨੌਕਰੀ ਦਿੱਤੀ ਵੀ ਮੈਂ ਪੈਸੇ ਦੇ ਕੇ ਲਈ ਹੈ, ਐਵੇਂ ਤਾਂ ਮੈਂ ਕਹਿੰਦਾ ਵੀ ਅਸੀਂ 1,47,856 ਨੌਕਰੀਆਂ ਦਿੱਤੀਆਂ ਸੀ ਅਕਾਲੀ ਸਰਕਾਰ ਦੇ ਦੌਰਾਨ। ਇੱਕ ਬੰਦਾ ਵੀ ਬਾਂਹ ਖੜੀ ਕਰਕੇ ਕਹਿ ਦੇ ਵੀ ਮੈਂ ਪੈਸੇ ਦੇ ਕੇ ਨੌਕਰੀ ਲੱਗਾ, ਇਹ ਬਿਲਕੁਲ ਮਨ ਘੜਤ ਗੱਲਾਂ। ਵੇਖੋ ਇੱਕ ਬੜੇ ਇਹਨਾਂ ਨੂੰ ਆਦਤ ਪਈ ਵੀ ਹੈ, ਬੰਦਾ ਪੇਸ਼ ਕਰ ਦੇਣਗੇ ਫਿਰ ਕੀ ਕਰੋਗੇ? ਮੈਂ ਨਾ ਵੀ ਵੇਖੋ ਅਸੀਂ ਤਾਂ ਤੁਹਾਨੂੰ ਹੁਣੇ ਰੱਖਤੇ, ਅਸੀਂ ਤਾਂ ਜਿਹੜੇ ਨੌਕਰੀਆਂ ਦੇ ਵਿੱਚ ਇਹ ਪੇਸ਼ ਕਰ ਦੇਣਗੇ ਅਸੀਂ ਤਾਂ ਮੌਕੇ ਤੇ ਰੱਖਤੇ ਵਿਦ ਰਿਕਾਰਡ ਨਾਂ ਲੈ ਕੇ ਦੱਸਿਆ, ਜਿਹੜੇ ਕਮਰੇ ਲਾਟ ਹੋਏ ਨੇ ਉਹ ਵੀ ਦੱਸਦੇ ਵੀ ਇੰਨੇ ਨੰਬਰ ਲਾਟ ਹੋਇਆ। ਬਾਕੀ ਪ੍ਰਾਈਵੇਟ ਸੈਕਟਰ ਦੀ ਇਹਨਾਂ ਗੱਲ ਕੀਤੀ ਸੀ, ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਮਿਲੇਗੀ ਕਿਵੇਂ? ਲਾਅ ਐਂਡ ਆਰਡਰ ਇੰਨਾ ਮਾੜਾ ਹੋ ਗਿਆ, ਪ੍ਰਾਈਵੇਟ ਸੈਕਟਰ ਤਾਂ ਪੰਜਾਬ ਤੋਂ ਬਾਹਰ ਜਾ ਰਿਹਾ। ਚਲੋ ਮੈਂ ਚੇਤਨ ਜੋਸ਼ੀ ਅਸੀਂ ਨੌਕਰੀਆਂ ਪੈਦਾ ਕਰਨ ਦੇ ਮੌਕੇ ਆ ਜਿਹੜੇ ਉਹ ਅਸੀਂ ਨਹੀਂ ਪੈਦਾ ਕਰ ਪਾ ਰਹੇ। ਬਹੁਤ ਸੋਹਣਾ ਸਵਾਲ ਕੀਤਾ ਤੁਸੀਂ। ਦੇਖੋ ਗੱਲ ਇਹ ਹੈ, ਸਰਕਾਰਾਂ ਜਦੋਂ ਆਪਣੀ ਕੋਈ ਗੱਲ ਕਰਦੀਆਂ, ਕੈਬਨਿਟ ਕੋਈ ਚੀਜ਼ ਪਾਸ ਕਰਦੀਆਂ, ਫਿਰ ਕਾਰਨ ਕੀ ਹੈ? ਉਹ ਇੰਪਲੀਮੈਂਟੇਸ਼ਨ 'ਚ ਕਿਉਂ ਨਹੀਂ ਆਉਂਦੀਆਂ? ਇਹਦਾ ਮਤਲਬ ਕਿਤੇ ਨਾ ਕਿਤੇ ਪਰਸੋਨਲ ਡਿਪਾਰਟਮੈਂਟ ਹੋਏਗਾ ਜਾਂ ਵੱਖ-ਵੱਖ ਮਹਿਕਮੇ ਹੋਣਗੇ ਜਿਹੜੇ ਇਹਨਾਂ ਨੌਕਰੀਆਂ ਨੂੰ ਹੈਂਡਲ ਕਰਦੇ ਨੇ, ਉਹਨਾਂ ਦੇ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਵਾਸਤੇ। ਉਹਨਾਂ ਇੱਥੇ ਦੋ ਸਵਾਲ ਆਉਂਦੇ ਆ, ਜਾਂ ਤੇ ਸਰਕਾਰ ਦਾ ਆਪਣੇ EMPLOYEES ਦੇ ਉੱਤੇ ਕੰਟਰੋਲ ਨਹੀਂ ਹੈਗਾ ਵੀ ਉਹ ਸਰਕਾਰ ਦੀ ਦਿੱਤੀ ਹੋਈ ਗੱਲ ਨੂੰ ਜਾਂ ਉਹਦੀਆਂ ਭੇਜੀਆਂ ਹੋਈਆਂ ਗੱਲਾਂ ਨੂੰ ਸਮਝਦੇ ਕੱਖ ਨਹੀਂ, ਜਾਂ ਦੂਜੇ ਬੱਲੇ ਫਿਰ ਸਰਕਾਰ ਕਹਿੰਦੀ ਅਸੀਂ ਬਿਆਨ ਦੇਤਾ, ਗੱਲਾਂ ਕਰਤੀਆਂ, ਤੁਸੀਂ ਇਹਦਾ ਫਾਇਦਾ ਨੂੰ ਹੋਲਡ ਕਰਕੇ यानी कि हर काम सलीके में बांध रखा है, ये आग लगाएंगे ये हवा देंगे। कारण की है जे इन्नियां नौकरियां देतियां वा ते उन्हां नौकरियां नूं मैं कहना पिया वा भी एक चीज ये कर लेना आम आदमी पार्टी वाले, चलो मैं ज्यादा नहीं, आम आदमी पार्टी पंजाब सरकार क्योंकि साडी भी सरकार इस टाइम साडे भी मुख मंत्री ने प्रकाश सिंह जी बादल, वो पार्टीबाजी एक वक्री है, सरकारी भगवंत मान चीफ मिनिस्टर है पंजाब दे। हां आई एम सॉरी ऑनरेबल सीएम भगवंत मान जी, जे मेरे को गलत नाम लिया गया माफी मैं खिमा दा याचक। ते कारण यह हैगा वा कि जे उन्हां नूं नौकरियां मिलदियां ने ਤੇ ਇਹਨਾਂ ਨੂੰ ਇਹ ਕਰ ਦੇਣਾ ਚਾਹੀਦਾ ਵਾ ਕਿ ਜਿਨ੍ਹਾਂ ਨੌਕਰੀਆਂ ਮਿਲੀਆਂ ਨੇ ਉਹ ਆਪਣੇ ਸਟੇਸ਼ਨ ਤੇ ਜਾ ਕੇ ਜੁਆਇਨਿੰਗ ਕਰਕੇ ਜਦੋਂ ਪਹਿਲੀ ਤਨਖਾਹ ਉਹਨਾਂ ਨੂੰ ਮਿਲਦੀ ਹੈ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਇਸ ਤਰੀਕੇ ਸਿਰ ਪ੍ਰੈਜ਼ੈਂਟ ਕਰਾ ਦੇਣ ਤੇ ਸਰਕਾਰ ਉਹਦਾ ਖੁੱਲਾ ਚਿੱਠਾ ਰੱਖ ਲੇ। ਦੇਖੋ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਰਤਾਰਪੁਰ ਦੇ ਆਨਰੇਬਲ MLA ਸਾਹਿਬ, ਉਦੋਂ ਸ਼ਾਇਦ ਉਹ DCP ਸੀਗੇ ਪੁਲਿਸ ਦੇ, ਉਹਨਾਂ ਦਾ ਉਹ ਜਿਹੜੀ ਲੈਟਰ ਹੈਗੀ ਉਹ ਮੈਂ ਦੇਖਦਾ ਪਿਆ ਸੀ ਥੋੜੀ ਦੇਰ ਪਹਿਲਾਂ। ਤਾਂ ਇਹਦੇ ਵਿੱਚ ਗੱਲਾਂ ਇਹ ਆਉਂਦੀਆਂ ਨੇ ਕਿ ਜੇ ਸਰਕਾਰ ਕਹਿੰਦੀ ਆ ਤੇ ਉਹਨਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਕੀ ਅੰਤਰ ਆ, ਪਹਿਲੀ ਗੱਲ। ਦੂਸਰੀ ਗੱਲ, ਜੇ ਉਹਨਾਂ ਨੂੰ ਲੈਟਰ ਦਿੱਤੀਆਂ ਨੇ ਤੇ ਫਿਰ ਜੇ ਉਹ ਲੈਟਰਾਂ ਦੇ ਕੇ ਜੁਆਇਨਿੰਗ ਨਹੀਂ ਕਰਾਈ ਤੇ ਕਾਰਵਾਈ ਕਿਹੜੇ ਅਧਿਕਾਰੀ ਤੇ ਹੋਣੀ ਚਾਹੀਦੀ ਹੈ? ਚਲੋ ਇਹਨਾਂ ਨੇ ਉਹਨਾਂ ਨੂੰ ਜੁਆਇਨ ਦੇ ਕੇ ਗੱਲ ਸੁਣ ਲਓ ਬੜੀ ਇਹ ਚ ਮੈਂ ਬੜੀ ਕਿਉਂਕਿ ਤੇ ਗੱਲ ਮਸਲਾ ਸਾਡੇ ਬੇਰੋਜ਼ਗਾਰਾਂ ਦਾ, ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਗੱਲ ਕਰ ਰਿਹਾ। ਤੀਸਰੀ ਚੀਜ਼, ਜੇ ਉਹ ਝੂਠ ਬੋਲਦੇ ਪਏ ਨੇ ਉੱਥੇ ਜੁਆਇਨਿੰਗ ਨਹੀਂ ਕਰਨ ਜਾ ਰਹੇ ਤੇ ਤੁਸੀਂ ਉਹਨਾਂ ਦੇ ਉੱਤੇ ਐਕਸ਼ਨ ਦੀ ਕਾਰਵਾਈ ਕਰੋ। ਕਿਉਂਕਿ ਦੇਖੋ ਸਰਕਾਰ ਦੀ ਸਾਖ ਆ, ਸਰਕਾਰ ਦੀ ਇੱਜ਼ਤ ਆ, ਔਰ ਜੇ ਸਰਕਾਰ ਦੀਆਂ ਦਿੱਤੀਆਂ ਚਿੱਠੀਆਂ ਨੂੰ ਇਹ ਲੋਕ ਇਹਦਾ ਨਸ਼ਰ ਕਰਨਗੇ ਸਾਨੂੰ ਜੁਆਇਨਿੰਗ ਨਹੀਂ ਕਰਾਈ ਗਈ ਤੇ ਇਹਦਾ ਅਸਰ ਸਰਕਾਰ ਤੇ ਵੀ ਮਾੜਾ ਪੈਂਦਾ। ਹੁਣ ਇਹ ਹੋ ਗਿਆ ਤੁਹਾਡਾ ਮੈਸੇਜ ਪਹੁੰਚ ਗਿਆ ਜੋ ਵੀ ਆਨਰੇਬਲ ਭਗਵੰਤ ਸਿੰਘ ਜੀ ਮਾਨ ਜੋ ਬੋਲਦੇ ਪਏ ਨੇ, ਪੰਜਾਬ ਦੇ ਲੋਕਾਂ ਨੂੰ ਹੁਣ ਯਕੀਨ ਨਹੀਂ ਰਿਹਾ ਉਹਨਾਂ ਦੇ ਉੱਤੇ। ਉਹਦਾ ਕਾਰਨ ਕੀ ਆ? ਕਾਰਨ ਇਹ ਆ ਕਿ ਜਾਂ ਤੇ ਉਹਨਾਂ ਦੀ ਕੀਤੀ ਗਈ ਨੋਟੀਫਿਕੇਸ਼ਨ ਨੂੰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ,
ਤੇ ਜਾਂ ਫਿਰ ਇਹ ਆਪਣੇ ਆਪ ਹੀ ਇਦਾਂ ਦੀ ਗੱਲ ਕਰਦੇ ਵੀ ਲੋਕ ਆਰੇ ਲੱਗੇ ਰਹਿਣ। ਚਲੋ ਬੜਾ ਸੰਜੀਦਗੀ ਵਾਲਾ ਮੁੱਦਾ। ਦੂਸਰੀ ਗੱਲ ਇੱਥੇ ਇੱਕ ਚੀਜ਼ ਕਲੀਅਰ ਕਰਨਾ, ਤੁਹਾਡਾ ਸਵਾਲ ਪਹੁੰਚੇਗਾ ਚੇਤਨ ਜੋਸ਼ੀ, ਵਕਤ ਨਹੀਂ ਹੈ, ਵਕਤ ਨਹੀਂ ਹੈ ਮੇਰੇ ਉਹ ਸਵਾਲ ਕਿਹੜੀ ਇੱਕ ਸਵਾਲ ਦਾ ਜਵਾਬ ਨਹੀਂ ਆਇਆ, ਉਹ ਲੈ ਲਓ ਬਸ, ਉਸ ਤੋਂ ਬਾਅਦ ਮੈਂ ਚੁੱਪ ਕਰ ਜਾਵਾਂਗਾ। ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਰੈਗੂਲਰ EMPLOYE ਐਂਡ ਪਰਮਾਨੈਂਟ EMPLOYE? ਸੈਕੰਡ ਥਿੰਗ, ਜਿਹੜੇ ਇਹ ਪੱਕੇ ਕਹਿੰਦੇ ਪਏ ਨੇ, ਕੀ ਉਹਨਾਂ ਨੂੰ ਕੰਸੋਲੀਡੇਟ ਸੈਲਰੀ ਦੇ ਉੱਤੇ ਪੁਆਇੰਟ ਕਰਦੇ ਪਏ ਨੇ ਕਿ ਉਹਨਾਂ ਨੂੰ ਸਾਰੇ ਭੱਤੇ ਮਿਲਣਗੇ ਜਿਹੜੇ ਇੱਕ ਰੈਗੂਲਰ ਬੰਦੇ ਦੇ ਮਿਲਦੇ? ਤੀਸਰੀ ਚੀਜ਼, ਉਹਨਾਂ ਤੇ ਫਿਰ ਪੇ ਸਕੇਲ ਕਿਹੜਾ ਲਾਗੂ ਕਰਨਗੇ? ਇਹ ਤਿੰਨ ਚੀਜ਼ਾਂ ਬੜੀ ਇੰਪੋਰਟੈਂਟ ਨੇ। ਮੇਰਾ ਖਿਆਲ ਹੈ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ। ठीक है। भारती साहब ये सवाल है, आ रहा है बब्बी बादल, ये सवाल इतफाक रखते हो जो चेतन जोशी सवाल चुक रहे हैं परमानेंट रेगुलर पे स्केल वाले? बिल्कुल नहीं इतफाक, मैं ਤੁਹਾਨੂੰ ਦੱਸ ਰਿਹਾ ਹਾਂ। एक मिनट बब्बी बादल, एक मिनट बब्बी बादल, एक मिनट, विनोद भारती जी सवाल कर रहे हैं इसमें। हाँ जी भारती साहब। सर भारती साहब ਤੁਹਾਡੀ ਆਵਾਜ਼ ਨਹੀਂ ਆ ਰਹੀ ਕਿ ਮੈਨੂੰ ਰੋਕਣਾ ਪੈਣਾ, ਮੇਰੇ ਕੋਲ ਵਕਤ ਨਹੀਂ ਹੈ। ਪ੍ਰਸਮਜੀਤ ਸਿੰਘ ਇੱਕ ਸਵਾਲ ਬੜਾ ਇੰਪੋਰਟੈਂਟ ਹੈ ਸਰਕਾਰ ਦੇ ਲਈ। ਇਹਨਾਂ ਕੋਲ ਇੰਨਾ ਮਾਲੀਆ ਹੈਗਾ ਸਰ, ਜਿੰਨੀਆਂ ਭਰਤੀਆਂ ਕਰਦੇ ਪਏ ਜਾਂ ਜਿੰਨੀਆਂ ਭਰਤੀਆਂ ਦੀ ਗੱਲ ਕਰਦੇ ਪਏ ਆ, ਜਾਂ ਜਿਹੜੇ ਸਾਡੇ ਕੋਲ ਮੁਲਾਜ਼ਮ ਪਹਿਲਾਂ ਹੈਗੇ ਆ, ਉਹਨਾਂ ਨੂੰ ਤਨਖਾਹਾਂ ਭੱਤੇ ਸਮੇਂ ਤੇ ਦਿੱਤੇ ਜਾ ਸਕਦੇ ਆ, ਉਹਨਾਂ ਦੇ ਜਿਹੜੇ ਪੇ ਸਕੇਲ ਹੈ ਉਹਨਾਂ ਨੂੰ ਉਸ ਮੁਤਾਬਕ ਤਨਖਾਹ ਭੱਤੇ ਮਿਲਣਗੇ ਸਰ? ਪ੍ਰਸਮਜੀਤ ਸਿੰਘ। KP ਸਿੰਘ, ਤੁਸੀਂ ਇੰਨੇ ਇੰਟੈਲੀਜੈਂਟ ਆ ਕਿ ਜਿਹੜਾ ਮੈਂ ਗੱਲ ਕਹਿਣੀ ਸੀ ਉਹ ਤੁਸੀਂ ਪਹਿਲਾਂ ਹੀ ਕਹਿਤੀ ਕਿ ਗੱਲ ਅਸਲੀ ਮਾਮਲਾ ਹੀ ਇਹ ਆ। ਨੌਕਰੀ ਦੇ ਦੇਣੀ, ਚੱਕ ਕਾਗਜ਼ ਪਈ ਤੇ ਨੌਕਰੀ ਲੱਗ ਗਿਆ, ਜਾ ਪਈ ਹੁਣ ਲੈ ਗਿਆ ਕਾਗਜ਼ ਨੂੰ ਜਾ ਕੇ ਫਰੇਮ ਕਰਕੇ ਤੇ ਆਪਣੇ ਦਰਵਾਜ਼ੇ ਦੇ ਬਾਹਰਲੇ ਪਾਸੇ ਲਾ ਲਾ, ਸਾਰਿਆਂ ਨੂੰ ਦਿਖਾਈ ਚੱਲ ਤੇ ਸਰਕਾਰ ਦੀ ਮਸ਼ਹੂਰੀ ਕਰੀ ਚੱਲ। ਉਹ ਕਹਿੰਦਾ ਯਾਰ ਨੌਕਰੀ, ਉਹ ਤੂੰ ਤੇ ਘਰੇ ਬੈਠਾ ਹੁੰਨਾ। ਉਹ ਕਹਿੰਦਾ ਘਰੇ ਕਿਤੇ ਅਜੇ ਸਟੇਸ਼ਨ ਅਜੇ ਨਹੀਂ, 1 ਮਹੀਨਾ 2 ਮਹੀਨੇ 3 ਮਹੀਨੇ ਉਹ ਆਂਢੀ ਗੁਆਂਢੀਆਂ ਨੇ ਰੌਲਾ ਪਾ ਲਿਆ ਫਿਰ ਤੇ ਇਹ ਤੇਰੀ ਚਿੱਠੀ ਦਾ ਕੀ ਫਾਇਦਾ? ਇਹ ਉਹੋ ਜਿਹੇ ਪਲਾਟ ਤੇ ਕਲੋਨੀਆਂ ਕੱਟ ਕੇ ਲੋਕਾਂ ਨੂੰ ਦਿੱਤੇ ਸੀ ਜਦੋਂ ਉੱਥੇ ਆਕੂਪਾਈ ਕਰਨ ਗਏ ਕਾਂਗਰਸ ਦੀ ਸਰਕਾਰ ਵੇਲੇ। ਬਹੁਤ ਦੇਰ ਪਹਿਲਾਂ ਦੀ ਗੱਲ ਹੈ, 40 ਸਾਲ ਪਹਿਲਾਂ ਦੀ ਗੱਲ ਹੈ। ਤੇ ਉਹ ਵੇਖਣਗੇ ਕਿਸੇ ਦੇ ਛੱਪੜ ਦੇ ਵਿੱਚ, ਕਿਸੇ ਦੇ ਖੂਹ ਦੇ ਵਿੱਚ, ਕਿਤੇ ਉਹ ਜ਼ਮੀਨ ਐਕਚੁਅਲੀ ਧਰਾਤਲ ਤੇ ਸੀਗੀ ਨਹੀਂ। ਇਹ ਨੌਕਰੀਆਂ ਦਾ ਮੁੱਖ ਕਾਰਨ ਜਿਹੜੀ ਦਿੱਕਤ ਆ ਰਹੀ ਹੈ, ਕਿਉਂ ਨਹੀਂ ਰੈਗੂਲਰ ਸਕੇਲ? ਤੇਰੇ ਪੈਸਾ ਕਿੱਥੇ ਆ? ਇਹ ਬਹੁਤ ਇੰਪੋਰਟੈਂਟ ਗੱਲ ਆ ਕਿ ਸਟੇਸ਼ਨ ਇਸ ਲਈ ਨਹੀਂ ਅਲਾਟ ਹੋ ਰਹੇ ਵੀ ਪੈਸੇ ਦੇਣੇ ਪੈਣੇ ਆ। ਤੇ ਪੈਸੇ ਦੋ, ਪੈਸੇ ਤਾਂ ਦੋਗੇ ਜੇ ਖਜ਼ਾਨੇ 'ਚ ਪੈਸੇ ਹੈਗੇ ਆ। ਕਰਜ਼ੇ ਲੈ ਕੇ ਕਿੰਨੇ ਕੁ ਆਪਾਂ ਹੋਰ ਕਰਜ਼ਾ ਲਈ ਜਾਵਾਂਗੇ? ਉਹਦੇ ਤੇ ਲਿਮਿਟ ਲਾਤੀ ਜਾ ਕੇ ਇੰਨੇ ਤੋਂ ਵੱਧ ਤੁਸੀਂ ਕਰਜ਼ਾ ਲੈ ਨਹੀਂ ਸਕਦੇ। ਫਿਰ ਸਰ ਇਹ ਕਿਉਂ ਬੋਲਿਆ ਜਾ ਰਿਹਾ ਪੱਲੇ ਨਹੀਂ ਸੀ ਧੇਲਾ ਤੇ ਕਰਦੀ ਸੀ ਮੇਲਾ ਰੋਜ਼ਗਾਰ ਮੇਲੇ ਬਹੁਤ ਲੱਗਦੇ ਪਏ ਆਪਣੇ ਕਿੰਨੇ ਸਾਲਾਂ ਤੋਂ? ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਹਾਂ ਨਹੀਂ KP ਜੀ, ਮੇਲਾ ਤਾਂ ਹੀ ਹੈ। ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਕਦੀ ਰੁਜ਼ਗਾਰ ਬਾਰੇ ਮੇਲੇ ਲੱਗਦੇ ਸੁਣੇ ਸੀ? ਇਹ ਮੇਲਿਆਂ ਵਾਲੀਆਂ ਨੌਕਰੀਆਂ ਆ ਤੇ ਮੇਲਾ ਜਦੋਂ ਮੇਲਾ ਖਤਮ ਆ ਤੇ ਨੌਕਰੀ ਵੀ ਖਤਮ ਆ। ਇਸ ਕਰਕੇ ਇਹ ਅਸਲ 'ਚ ਧਰਾਤਲ ਤੇ ਉਸ ਪ੍ਰੋਬਲਮ ਨੂੰ ਸੀਰੀਅਸਲੀ ਐਡਰੈਸ ਕਰਨ ਦੀ ਕੋਸ਼ਿਸ਼ ਨਹੀਂ ਹੈ, ਸਗੋਂ ਇੱਕ ਪ੍ਰਭਾਵ ਛੱਡਣ ਦੀ ਗੱਲ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ। ਚਲੋ ਹਾਂ ਬੱਬੀ ਬਾਦਲ, ਜਿਹੜਾ ਚੇਤਨ ਜੋਸ਼ੀ ਹੋਰਾਂ ਨੇ ਸਵਾਲ ਕੀਤੇ ਮੈਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ, ਮੈਨੂੰ ਲੱਗਦਾ ਪੇ ਸਕੇਲ ਵਾਲਾ ਰੈਗੂਲਰ ਤੇ ਪਰਮਾਨੈਂਟ 'ਚ ਫਰਕ ਉਹ ਦੱਸ ਦਿਓ ਸਰ। ਮੈਂ ਬੇਨਤੀ ਕਰਦਾ ਚੇਤਨ ਜੋਸ਼ੀ ਜੀ ਨੂੰ, ਕਿਰਪਾ ਕਰਕੇ ਕੇਂਦਰ ਸਰਕਾਰ ਨੂੰ ਕਹੋ ਪੰਜਾਬ ਤੇ ਤਰਸ ਕਰਨ, ਸਾਡਾ RDF ਰਿਲੀਜ਼ ਕਰਨ, ਸਾਡਾ ਜਿਹੜਾ ਹੈਲਥ ਦਾ NHRM ਦੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਪੈਸੇ ਰੋਕੇ ਆ ਉਹ ਰਿਲੀਜ਼ ਕਰਨ। ਅਸੀਂ 35% ਰੈਵਨਿਊ ਵਧਾਤਾ ਇਮਾਨਦਾਰੀ ਨਾਲ, ਕਿਉਂ ਕਰਕੇ ਪਹਿਲਾਂ ਆਪਦੇ ਬੰਦਿਆਂ ਨੂੰ ਠੇਕੇ ਦਿੰਦੇ ਸੀ, ਆਪਦੇ ਬੰਦਿਆਂ ਨੂੰ। ਬੱਬੀ ਬਾਦਲ ਜੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦਾ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ ਸਰਕਾਰੀ ਖਜ਼ਾਨੇ 'ਚ? ਹੈਗੇ ਤੁਹਾਡੇ ਕੋਲ ਪੈਸੇ? ਕੋਈ ਕਮੀ ਪੇਸ਼ੀ ਨਹੀਂ ਸਰਦਾਰ ਜੀ। ਫ੍ਰੀ ਬਿਜਲੀ ਜਿਹੜੀ ਆ ਰਹੀ ਹੈ, ਤੁਸੀਂ ਪਤਾ ਕਰੋ ਕਿ 24 ਘੰਟੇ ਬਿਜਲੀ ਦੀ ਸਪਲਾਈ ਆ ਰਹੀ ਹੈ, ਕੱਟ ਨਹੀਂ ਲੱਗ ਰਹੇ। ਜਿਹੜੇ ਜਲੰਧਰ ਬਾਈ ਇਲੈਕਸ਼ਨ ਕਿਵੇਂ ਜਿੱਤ ਗਏ? ਤੁਸੀਂ ਕਹਿੰਦੇ ਹੋ ਭਗਵੰਤ ਮਾਨ ਜੀ ਤੇ ਯਕੀਨ ਨਹੀਂ ਰਿਹਾ। ਭਗਵੰਤ ਮਾਨ ਤੇ ਤਾਂ ਲੋਕਾਂ ਨੂੰ ਰੱਬ ਜਿੰਨਾ ਯਕੀਨ ਹੈ। ਚਲੋ ਮੇਰੇ ਕੋਲ ਵਕਤ ਨਹੀਂ ਹੈ ਸਰ, ਵਕਤ ਨਹੀਂ। ਬੱਬੀ ਬਾਦਲ ਤੁਸੀਂ ਅੱਜ ਵਕਤ ਕੱਢਿਆ, ਬਹੁਤ ਧੰਨਵਾਦ ਤੁਹਾਡਾ। ਵਿਨੋਦ ਭਾਰਤੀ ਤੁਹਾਡਾ ਬਹੁਤ ਧੰਨਵਾਦ। ਰਣਵੀਰ ਸਿੰਘ ਢਿੱਲੋਂ ਤੁਹਾਡਾ ਬਹੁਤ ਧੰਨਵਾਦ। ਚੇਤਨ ਜੋਸ਼ੀ ਤੁਹਾਡਾ ਬਹੁਤ ਧੰਨਵਾਦ। ਪ੍ਰਸਮਜੀਤ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਹ ਨੌਕਰੀਆਂ ਜਿਨ੍ਹਾਂ ਨੂੰ ਮਿਲੀਆਂ ਉਹਨਾਂ ਲਈ ਇਹ ਡਿਬੇਟ ਹੈ, ਤੇ ਨੌਕਰੀਆਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਲਈ ਵੀ ਡਿਬੇਟ ਹੈ। ਤੇ ਇਹ ਡਿਬੇਟ ਦੇਖ ਕੇ ਸਾਨੂੰ ਫੀਡਬੈਕ ਜ਼ਰੂਰ ਦਿਓ ਕਿ ਤੁਹਾਨੂੰ ਜੇ ਨੌਕਰੀਆਂ ਵਾਲੇ ਚਿੱਠੀਆਂ ਮਿਲੀਆਂ, ਨਿਯੁਕਤੀ ਪੱਤਰ ਮਿਲੇ ਆ, ਤਾਂ ਤੁਹਾਨੂੰ ਤਨਖਾਹਾਂ ਕਿੰਨੀਆਂ ਮਿਲੀਆਂ, ਪੱਤੇ ਤੁਹਾਨੂੰ ਕਿੰਨੇ ਮਿਲੇ ਆ, ਸਟੇਸ਼ਨ ਕਿਹੜੇ ਅਲਾਟ ਹੋਏ ਆ। ਜੇ ਤੁਹਾਡੇ ਮਨ ਵਿੱਚ ਸਵਾਲ ਹੈਗੇ ਆ ਅਸੀਂ ਪੁੱਛਾਂਗੇ ਜ਼ਰੂਰ, ਪਰ ਸਾਨੂੰ ਭੇਜਿਓ ਜ਼ਰੂਰ। ਬਹੁਤ ਧੰਨਵਾਦ।